ਬੜੀ ਸਭਾ ਦੇ ਵਿੱਚ ਜਿੱਥੇ ਵੱਡੇ ਵੱਡੇ ਦਿੱਗਜ ਬੈਠੇ ਹੋਣ ਉੱਥੇ ਮੌਜੂਦਾ ਪ੍ਰਧਾਨ ਨੂੰ ਇਦਾਂ ਕਹਿਣਾ ਤੁਹਾਨੂੰ ਲੱਗਿਆ ਨਹੀਂ ਵੀ ਡਿਸਪਲਿਨ ਤੋਂ ਬਾਹਰ ਹੋ ਗਏ? ਮੈਨੂੰ ਕਦੀ ਕੋਈ ਕਿਸੇ ਤੋਂ ਡਰ ਨਹੀਂ ਲੱਗਦਾ। ਕੈਮਰੇ ਸੀਗੇ, ਕਈ ਵਾਰ ਕੈਮਰਿਆਂ ਦੇ ਉੱਤੇ ਕਈਆਂ ਗੱਲਾਂ ਜ਼ਿਆਦਾ ਰਿਕਾਰਡ ਹੋ ਜਾਂਦੀਆਂ, ਹੋਰ ਵੀ ਬੜੀ ਵਾਰ ਉਹਨਾਂ ਨਾਲ ਹੋਰ ਵੀ ਗੱਲਾਂ। ਜਾਖੜ ਸਾਹਿਬ ਦੇ ਉੱਤੇ ਕਾਰਵਾਈ ਮੇਰੇ ਹਿਸਾਬ ਨਾਲ ਤਾਂ ਕੁਝ ਬਣਦੀ ਨਹੀਂ। ਕਿਸ ਗੱਲ ਦੀ ਕਾਰਵਾਈ? ਹਾਂ, ਉਹਨਾਂ 'ਚ ਇੱਕ ਉਹ ਜ਼ਰੂਰ ਆ ਵੀ ਉਹ ਜਿਹਦੇ ਤੇ ਫਿਰ ਨਿਸ਼ਾਨੇ ਧਰਦੇ ਆ, ਫਿਰ ਉਹਦੇ ਦਿਵਾਲੇ ਪੂਰੇ ਚੰਗੀ ਤਰ੍ਹਾਂ ਹੋ ਜਾਂਦੇ ਆ। ਮਤਲਬ ਇੱਕ ਖੁੰਦਕ ਦੇ ਨਾਲ ਲੱਗਦੇ ਆ, ਇੱਕ ਜਨੂਨ ਦੇ ਨਾਲ ਲੱਗਦੇ ਆ। ਐਤਕੀ ਫਿਰ ਆਪਣਿਆਂ ਦੇ ਦਿਵਾਲੇ ਆਪਣਿਆਂ ਦੇ ਹੁਣ, ਬਗਾਨਿਆਂ ਦੇ ਹੁਣ ਕੋਸ਼ਿਸ਼ ਇਹ ਕਰਨ ਵੀ ਬਗਾਨਿਆਂ ਦੇ ਜ਼ਿਆਦਾ ਦਿਵਾਲੇ ਹੋਣ। ਜਿਵੇਂ ਇਹਨਾਂ ਦਾ ਪਹਿਲਾ ਮਹੀਨਾ ਰਿਹਾ, ਇੰਨਾ ਮਾੜਾ ਕਿਸੇ ਦਾ ਵੀ ਨਹੀਂ ਰਹਿੰਦਾ ਹੁੰਦਾ ਇੰਨੇ ਵੱਡੇ ਬਹੁਮਤ ਤੋਂ ਬਾਅਦ। ਕੰਮ ਉਦੋਂ ਹੁੰਦਾ ਭਗਵੰਤ ਸਿੰਘ ਮਾਨ 'ਚ ਜਿੱਦਣ ਪੰਜਾਬੀਅਤ ਦੇ ਉੱਤੇ ਗੱਲ ਆਈ ਸੀ, ਉਦੋਂ ਖੜੇ ਹੋ ਕੇ ਠੋਕ ਕੇ ਕਹਿੰਦੇ ਵੀ ਨਹੀਂ, ਰਾਜ ਸਭਾ ਦੇ ਵਿੱਚ ਫਲਾਣੇ ਬੰਦੇ ਜਾਣਗੇ। ਲੇਕਿਨ ਉਦੋਂ ਕੁਰਸੀ ਪਿਆਰੀ ਸੀ। ਤੁਸੀਂ ਰਾਜ ਸਭਾ 5 ਜਾਣੇ ਉਹ ਭੇਜ ਦਿਓ ਜਿਨ੍ਹਾਂ ਦਾ ਪੰਜਾਬ ਨਾਲ ਕੋਈ ਲੈਣ ਦੇਣ ਨਾ ਹੋ। ਗੱਲਾਂ ਤੁਸੀਂ ਪੰਜਾਬ ਦੀਆਂ, ਇਨਕਲਾਬ ਦੀਆਂ, ਭਗਤ ਸਿੰਘ ਤੋਂ ਥੱਲੇ ਤੁਸੀਂ ਨਹੀਂ ਆ ਰਹੇ। ਪੀਲੀਆਂ ਪੱਗਾਂ ਬਣਾ ਕੇ ਤੁਸੀਂ ਕਬਜ਼ੇ ਕਰਾ ਰਹੇ ਹੋ। ਭਗਵੰਤ ਮਾਨ ਤਾਂ ਇਹ ਕਹਿੰਦੇ ਆ ਵੀ ਜਿਹੜੇ ਉਹਨਾਂ ਨੇ ਫੈਸਲੇ ਕੀਤੇ ਉਹ ਤਾਂ ਇਤਿਹਾਸਿਕ ਆ। ਪਹਿਲੀ ਵਾਰ ਕਿਸੇ ਮੁੱਖ ਮੰਤਰੀ ਨੇ ਕਿਹਾ ਵੀ ਤੁਹਾਨੂੰ ਦਿੱਤੀ 25,000 ਨੌਕਰੀ, 35,000 ਮੁਲਾਜ਼ਮ ਕੀਤੇ ਪੱਕੇ। ਇਹੋ ਜਿਹੇ ਅਨਾਉਂਸਮੈਂਟਾਂ ਹਰ ਸਰਕਾਰ ਦੇ ਵਿੱਚ ਬੜੀ ਵਾਰ ਹੋਈਆਂ। ਚਰਨਜੀਤ ਸਿੰਘ ਚੰਨੀ ਦੀਆਂ ਰੀਸੈਂਟ ਸੀਗੀਆਂ, 35,000 ਮੁਲਾਜ਼ਮ ਉਹਨਾਂ ਨੇ ਪੱਕੇ ਕਰਤੇ ਸੀ, ਉਹ ਅੱਜ ਤੱਕ ਨਹੀਂ ਪੱਕੇ ਹੋਏ। ਇਮਰਾਨ ਖਾਨ ਔਰ ਨਵਜੋਤ ਸਿੱਧੂ ਦੀ ਅਗਰ ਤੁਸੀਂ ਰਾਜਨੀਤੀ ਵੇਖੋ, ਜਿਸ ਦਿਨ ਉਹ ਪ੍ਰਧਾਨ ਮੰਤਰੀ ਬਣਦੇ ਆ ਉਸੇ ਦਿਨ ਨਵਜੋਤ ਸਿੱਧੂ ਲਾਈਮਲਾਈਟ 'ਚ ਆਉਂਦੇ ਆ। ਜਿਸ ਦਿਨ ਇਮਰਾਨ ਖਾਨ ਉਤਰਦੇ ਆ ਉਸ ਦਿਨ ਨਵਜੋਤ ਸਿੱਧੂ PCC ਪ੍ਰਧਾਨਗੀ ਤਾਂ ਰਾਜਾ ਵੜਿੰਗ ਜੀ ਲੈਂਦੇ ਆ। ਸੋ ਸਤਿ ਸ਼੍ਰੀ ਅਕਾਲ ਜੀ, ਮੈਂ ਰਤਨਦੀਪ ਸਿੰਘ ਧਾਲੀਵਾਲ ਸਵਾਗਤ ਕਰਦੇ ਹਾਂ ਤੁਹਾਡਾ ਟਾਕ ਵਿਦ ਰਤਨ ਦੇ ਵਿੱਚ। ਜੇ ਅਸੀਂ ਰਾਜਨੀਤੀ ਨੂੰ ਦੇਖਦੇ ਹਾਂ, ਖਾਸ ਕਰਕੇ ਪੰਜਾਬ ਦੀ ਰਾਜਨੀਤੀ ਨੂੰ, ਕਿਹਾ ਜਾਂਦਾ ਗਾ ਵੀ ਰਾਜਨੀਤੀ ਮਰਦਾਂ ਦਾ ਖੇਡ ਆ। ਪਰ ਰਾਜਨੀਤੀ ਦੇ ਵਿੱਚ ਜਿੰਦਾ ਰਹਿਣ ਲਈ ਬਹੁਤ ਕੁਝ ਕਰਨਾ ਪੈਂਦਾ ਗਾ, ਬਹੁਤ ਹੱਥ ਪੈਰ ਮਾਰਨੇ ਪੈਂਦੇ ਆ। ਕੀ ਉਹ ਹੱਥ ਪੈਰ ਰਾਜਨੀਤੀ ਦੇ ਵਿੱਚ ਜਦੋਂ ਇਨਸਾਨ ਮਾਰਦਾ ਗਾ, ਉਹ ਹੱਥ ਪੈਰ ਮਾਰਨ ਦੇ ਨਾਲ ਰਾਜਨੀਤੀ ਦੇ ਵਿੱਚ ਖੜਾ ਰਹਿੰਦਾ, ਜਾਂ ਫਿਰ ਜਿਹੜੀ ਬੇੜੀ ਆ ਉਹ ਪਾਰ ਨਹੀਂ ਲੱਗਦੀ? ਬਹੁਤ ਕੁਝ ਚੱਲ ਰਿਹਾ ਪੰਜਾਬ ਦੀ ਰਾਜਨੀਤੀ ਦੇ ਵਿੱਚ। ਅੱਜ ਇਸੇ ਮੁੱਦੇ ਦੇ ਉੱਤੇ ਗੱਲਬਾਤ ਕਰਾਂਗੇ। ਸਾਡੇ ਨਾਲ ਮੌਜੂਦ ਰਹਿਣਗੇ ਵਰਿੰਦਰ ਢਿੱਲੋਂ। ਢਿੱਲੋਂ ਸਾਹਿਬ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਥੈਂਕ ਯੂ। ਕਿਵੇਂ ਬੜਾ ਭਾਂਡੇ ਭੁੰਡੇ ਖੜਕਾਈ ਜਾਂਦੇ ਹੋ? ਮੈਂ ਸਿੱਧਾ ਸਵਾਲ 'ਤੇ ਆਊਂਗਾ। ਕੀ ਮਸਲਾ ਹੋ ਗਿਆ? ਹਾਰ ਕਰਕੇ ਆ ਕਿ ਆਪਸੀ ਪਾਰਟੀ ਦੇ ਵਿੱਚ ਜਿਹੜੀ ਗੱਲਾਂ ਚੱਲ ਰਹੀਆਂ ਗੀਆਂ ਉਹਦੇ ਕਰਕੇ ਹੋ ਰਿਹਾ ਹੈਗਾ ਵੀ ਸਭ ਕੁਝ ਠੀਕ ਨਹੀਂ ਤਾਂ ਹੀ ਹਾਰ ਹੋ ਗਈ? ਨਹੀਂ, ਦੇਖੋ, ਤੁਹਾਨੂੰ ਹਰ ਇੱਕ ਦਾ ਆਪਣਾ ਆਪਣਾ ਨਜ਼ਰੀਆ ਵੇਖਣ ਦਾ ਜੀ। ਤੁਸੀਂ ਜਿਸ ਨਜ਼ਰੀਏ ਨਾਲ ਵੇਖ ਰਹੇ ਹੋ, ਇੱਕ ਮੀਡੀਆ ਦੇ ਪੁਆਇੰਟ ਆਫ ਵਿਊ ਨਾਲ ਵੇਖ ਰਹੇ ਹੋ, ਅਸੀਂ ਆਪਣੀ ਪਾਰਟੀ ਦੇ ਪੁਆਇੰਟ ਆਫ ਵਿਊ ਨਾਲ ਵੇਖੀਦਾ ਜੀ। ਔਰ ਉਸ ਪਰਸਪੈਕਟਿਵ ਦੇ ਨਾਲ ਹੀ ਗੱਲ ਜਿਹੜੀ ਵੀ ਕੀਤੀ ਆ ਉਸ ਪਰਸਪੈਕਟਿਵ ਨਾਲ ਕੀਤੀ ਆ, ਜਿਹਦੇ ਨਾਲ ਪਾਰਟੀ ਦਾ ਭਵਿੱਖ ਜਿਹੜਾ ਵਾ ਉਹ ਵਧੀਆ ਰਹਿ ਸਕੇ। ਔਰ ਕਿਤੇ ਨਾ ਕਿਤੇ ਬੋਲਣਾ ਹੀ ਪੈਂਦਾ ਜਾਂ ਕਿਤੇ ਨਾ ਕਿਤੇ ਗੱਲ ਕਰਨੀ ਪੈਂਦੀ ਆ। ਉਹਦਾ ਫਿਰ ਅੱਗੇ ਉਹਦੇ ਕੀ ਮਾਇਨੇ ਬਣ ਜਾਂਦੇ ਆ, ਉਹ ਤੁਹਾਡੇ ਮੇਰੇ ਵਰਗੇ ਸਾਰੇ ਉਹਨੂੰ ਡੀਕੋਡ ਕਰਦੇ ਰਹਿੰਦੇ ਆ। ਸੋ ਮੇਰਾ ਸਿਰਫ ਜੋ ਤੁਸੀਂ ਇਨਸੀਡੈਂਟ ਦੀ ਵੀ ਗੱਲ ਕਰ ਰਹੇ ਹੋ, ਉਹ ਇਨਸੀਡੈਂਟ ਕੋਈ ਇੱਕ ਪਾਰਟਿਕੂਲਰ ਇਨਸੀਡੈਂਟ ਨਹੀਂ ਸੀ। ਉਹ ਇਸ ਕਰਕੇ ਸ਼ਾਇਦ ਬਣ ਗਿਆ ਕਿਉਂਕਿ ਉਸ ਸਮੇਂ ਜਿਹੜਾ ਮਾਹੌਲ ਸੀਗਾ, ਉਹ ਕਾਂਗਰਸ ਦੇ ਜੋ ਹਾਲਾਤ ਸੀਗੇ ਔਰ ਜਿਸ ਦੌਰ 'ਚੋਂ ਕਾਂਗਰਸ ਨਿਕਲ ਰਹੀ ਸੀ, ਕਿਉਂਕਿ ਹਾਰੇ ਸੀ ਔਰ ਬਹੁਤ ਬੁਰੀ ਤਰ੍ਹਾਂ ਹਾਰੇ ਸੀ। ਔਰ ਉਹ ਇੱਕ ਉਸ ਚੀਜ਼ ਦਾ ਇੱਕ ਐਕਸਪ੍ਰੈਸ਼ਨ ਸੀ, ਇੱਕ ਉਸ ਚੀਜ਼ ਦਾ ਇੱਕ ਨਤੀਜਾ ਸੀ, ਇਸ ਤੋਂ ਇਲਾਵਾ ਕੁਝ। ਭਰੀ ਸਭਾ ਦੇ ਵਿੱਚ ਜਿੱਥੇ ਵੱਡੇ ਵੱਡੇ ਦਿੱਗਜ ਬੈਠੇ ਹੋਣ ਉੱਥੇ ਮੌਜੂਦਾ ਪ੍ਰਧਾਨ ਨੂੰ ਇੱਦਾਂ ਕਹਿਣਾ ਤੁਹਾਨੂੰ ਲੱਗਿਆ ਨਹੀਂ ਵੀ ਡਿਸਪਲਿਨ ਤੋਂ ਬਾਹਰ ਹੋ ਗਏ? ਖਾਸ ਕਰਕੇ ਤੁਹਾਡੇ ਵਰਗਾ ਇਨਸਾਨ ਜਿਹੜਾ ਰਾਜਨੀਤੀ ਦੀਆਂ ਪੌੜੀਆਂ ਪੜ੍ਹ ਕੇ ਚੜ੍ਹਿਆ ਹੋਵੇ, ਸਿੱਧਾ ਡਾਇਰੈਕਟ ਐਂਟਰੀ ਨਾ ਮਾਰੀ ਹੋਵੇ, ਚਾਂਦੀ ਦਾ ਚਮਚਾ ਫੜ ਕੇ ਐਂਟਰੀ ਨਾ ਮਾਰੀ ਹੋਵੇ। ਦੇਖੋ, ਇਸ ਇਨਸੀਡੈਂਟ ਬਾਰੇ ਮੈਂ ਸਿਰਫ ਇੰਨਾ ਕਹਿਣਾ ਚਾਹੂੰਗਾ ਵੀ ਤੁਸੀਂ ਉਹਨੂੰ ਜਿਸ ਤਰੀਕੇ ਮਰਜ਼ੀ ਡੀਕੋਡ ਕਰ ਲਓ, ਲੇਕਿਨ ਮੈਂ ਜੋ ਉੱਥੇ ਗੱਲ ਕਹੀ, ਮੈਂ ਇਹੀ ਕਹੀ ਵੀ ਜਾਂ ਤਾਂ ਆਪਾਂ ਨਾਮ ਨਾ ਲਈਏ, ਆਪਾਂ ਕਹੀਏ ਨੇ ਵੀ ਮੈਂ ਆਹ ਬੰਦੇ ਜਾਂ ਤਾਂ ਉਹਨਾਂ ਦੇ ਸਿੱਧੇ ਨਾਮ ਲੈ ਲਓ। ਜੇ ਤੁਸੀਂ ਨਾਮ ਨਹੀਂ ਲੈਣੇ ਫਿਰ ਇਸ ਮੁੱਦੇ ਨੂੰ ਨਾ ਛੇੜੋ। ਫਿਰ ਆਪਾਂ ਇਹ ਮੁੱਦਾ ਨਹੀਂ ਛੇੜਨਾ ਚਾਹੀਦਾ, ਕਿਉਂਕਿ ਮੁੱਦਾ ਉਸ ਟਾਈਮ ਮਹਿੰਗਾਈ ਦਾ ਚੱਲ ਰਿਹਾ ਸੀ। ਚਾਹੇ ਉਹ ਸਿੱਧੂ ਸਾਹਿਬ ਹੋਣ, ਚਾਹੇ ਉਹ ਹੁਣ ਮੌਜੂਦਾ ਜਿਹੜੇ ਪ੍ਰਧਾਨ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਉਹ ਹੋਣ, ਚਾਹੇ ਕੋਈ ਹੋਵੇ ABCD, ਤੁਹਾਨੂੰ ਲੱਗਦਾ ਵੀ ਜਿਹੜੀ ਨਾਮ ਲੈਣ ਵਾਲੀ ਯੁਰਤ ਆ, ਚੱਲਦਾ ਤਾਂ ਸਾਰੀਆਂ ਪਾਰਟੀਆਂ 'ਚ ਸਭ ਕੁਛ ਆ, ਇਹ ਯੁਰਤ ਅੱਜ ਕੱਲ੍ਹ ਕਿਤੇ ਨਾ ਕਿਤੇ ਦਿਲ 'ਚੋਂ ਦਿਮਾਗ 'ਚੋਂ ਨਿਕਲ ਗਈ ਆਪਦੀਆਂ ਪਰਸਨਲ ਨਿੱਜੀ ਹਿੱਤ ਕਰਕੇ?
ਦੇਖੋ ਮੈਂ ਤਾਂ ਇਹੀ ਕਹਿੰਦਾ ਵੀ ਜਾਂ ਤਾਂ ਆਪਾਂ ਗੱਲ ਨੂੰ ਛੇੜਿਆ ਨਾ ਕਰੀਏ, ਜੇਕਰ ਛੇੜਨਾ ਤੇ ਉਹਨੂੰ ਸਿਰੇ ਚੜਾ ਕੇ ਛੱਡੀਏ। ਵਿੱਚ ਕਰ ਲੋਕੀ ਅੱਜ ਕੱਲ੍ਹ ਬਹੁਤ ਤੁਹਾਨੂੰ ਕਲੈਰਿਟੀ ਨਾਲ ਵੇਖਦੇ ਆ, ਲੋਕੀ ਤੁਹਾਨੂੰ ਡਬਲ ਸਟੈਂਡਰਡਸ ਦੇ ਨਾਲ ਨਹੀਂ ਵੇਖਦੇ। ਤੁਸੀਂ ਪਾਰਟੀ ਨੂੰ ਖਮਿਆਜਾ ਭੁਗਤਣਾ ਪਿਆ, ਪਾਰਟੀ ਦੀ ਜੋ ਸਟ੍ਰੈਟਜੀ ਸੀ ਲੋਕਾਂ ਨੇ ਉਹਦੇ ਵਿੱਚੋਂ ਦੀ ਪਾਰਟੀ ਦਾ ਉਹਨੂੰ ਸਮਝਣ ਦੀ ਕੋਸ਼ਿਸ਼ ਕੀਤੀ ਔਰ ਸ਼ਾਇਦ ਅਸੀਂ ਲੋਕਾਂ 'ਚੋਂ ਵਿਸ਼ਵਾਸ ਨਹੀਂ ਪੈਦਾ ਕਰ ਸਕੇ। ਸੋ ਹੁਣ ਕਲੈਰਿਟੀ ਨਾਲ ਚੱਲਣਾ ਪਊਗਾ, ਸੱਚ ਦੇ ਉੱਤੇ ਚੱਲਣਾ ਪਊਗਾ ਔਰ ਉਸ ਗੱਲ ਨਾਲ ਚੱਲਣਾ ਚਾਹੂਗਾ ਜਿਹਦੇ ਨਾਲ ਲੋਕ ਤੁਹਾਡੇ ਨਾਲ ਰਿਲੇਟ ਕਰ ਸਕਣ। ਵਰਿੰਦਰ ਢਿੱਲੋਂ ਜ਼ਰੂਰਤ ਰੱਖਦੇ ਨੇ ਫਿਰ? ਮੈਂ ਤਾਂ ਇਹ ਕੀ ਕਹਿ ਸਕਦਾ ਇਹਦੇ ਬਾਰੇ। ਮੈਂ ਆਪਣੇ ਆਪ ਨੂੰ ਤਾਂ ਹਰ ਕੋਈ ਸਮਝਦਾ ਹੀ ਹੁੰਦਾ ਵੀ ਮੇਰੇ 'ਚ ਜੁਰਤ ਆ, ਲੇਕਿਨ ਇਹ ਤਾਂ ਲੋਕਾਂ ਨੇ ਵੇਖਣਾ ਵੀ ਜੁਰਤ ਹੈ ਕਿ ਨਹੀਂ ਹੈ। ਸੋ ਇਹ ਲੋਕੀ ਵੇਖ ਸਕਦੇ ਆ ਵੀ ਲੋਕਾਂ ਨੇ ਇਹਦਾ ਫੈਸਲਾ ਦੇਣਾ ਜੁਰਤ ਦਾ ਹੈ ਕਿ ਨਹੀਂ ਹੈ। ਲੇਕਿਨ ਹਾਂ ਇੰਨਾ ਜ਼ਰੂਰ ਕਹਿਣ 'ਚ ਮੈਨੂੰ ਕਦੀ ਕੋਈ ਕਿਸੇ ਤੋਂ ਡਰ ਨਹੀਂ ਲੱਗਦਾ। ਬੜੇ ਘੱਟ ਪੋਲੀਟੀਕਲ ਲੀਡਰ ਹੁੰਦੇ ਆ ਜਿਹੜਾ ਖੁੱਲ੍ਹ ਕੇ ਬੋਲਦੇ ਆ, ਤੁਸੀਂ ਉਹਨਾਂ 'ਚੋਂ ਇੱਕ ਆ। ਮੈਂ ਚਾਹੂੰਗਾ ਵੀ ਸੱਚ ਦੱਸਿਓ ਵੀ ਜਿਹੜੀ ਇਹ ਜੁਰਤ ਕੀਤੀ ਆ ਤਾਂ ਵਾਲੀ ਪੌੜੀ ਨੂੰ ਹੱਥ ਪਾਉਣ ਲਈ ਕੀਤੀ ਆ ਕਿ ਕੋਈ ਹੋਰ ਗੱਲ ਸੀ? ਨਹੀਂ ਦੇਖੋ, ਕਦੀ ਨਾ ਜੁਰਤ ਕਦੀ ਵੀ ਕਿਸੇ ਨਾਲ ਕੁਝ ਗੱਲ ਕਰਨੀ ਹੋਵੇ ਕੋਈ ਸੋਚ ਸਮਝ ਕੇ ਨਹੀਂ ਹੁੰਦੀ। ਇੰਸਟਿੰਕਟਿਵਲੀ ਵੀ ਗੱਲ ਹੁੰਦੀ ਆ। ਕਈ ਵਾਰ ਖਾਸ ਤੌਰ 'ਤੇ ਜਦੋਂ ਦਿਲੋਂ ਗੱਲ ਨਿਕਲੀ ਹੋਵੇ ਹਮੇਸ਼ਾ ਸਹੀ ਸੱਚੀ ਨਿਕਲਦੀ ਆ। ਤੁਸੀਂ ਹਰ ਟਾਈਮ ਐ ਸੋਚ ਕੇ ਕੈਲਕੂਲੇਟ ਕਰਕੇ ਪਲਾਨ ਕਰਕੇ ਨਹੀਂ ਚੀਜ਼ਾਂ ਹੁੰਦੀਆਂ। ਸਭ ਨੂੰ ਕਈਆਂ ਨੂੰ ਲੱਗਦਾ ਹੋਊਗਾ ਸ਼ਾਇਦ ਵੀ ਹਾਂ ਪਤਾ ਨਹੀਂ ਇਹ ਪਲੈਨਿੰਗ ਆ ਜਾਂ ਇਹ ਕੈਲਕੂਲੇਸ਼ਨਸ ਆ। ਇਹੋ ਜਿਹਾ ਕੁਝ ਸੋਚ ਕੇ ਨਹੀਂ ਕੀਤਾ ਹੁੰਦਾ ਵੀ ਇਹਦੇ ਨਤੀਜੇ ਕੀ ਹੋਣਗੇ। ਜਿਹੜੀ ਅਗਰ ਜੁਰਤ ਨਤੀਜਿਆਂ ਨੂੰ ਵੇਖ ਕੇ ਹੋਵੇ ਤੇ ਫਿਰ ਉਹ ਜੁਰਤ ਨਹੀਂ ਹੁੰਦੀ, ਫਿਰ ਉਹ ਪਲੈਨਿੰਗ ਹੋ ਜਾਂਦੀ ਆ ਔਰ ਫਿਰ ਉਹਦੇ ਮਾਇਨੇ ਹੋਰ ਬਦਲ ਜਾਂਦੇ ਆ। ਸੋ ਮੇਰਾ ਤਾਂ ਸਿਰਫ ਇਹ ਕਹਿਣਾ ਮਤਲਬ ਆ ਵੀ ਮੈਂ ਕੋਈ ਏਡੀ ਆਪਣੇ ਆਪ ਨੂੰ ਮੈਂ ਨਹੀਂ ਸਮਝਦਾ ਕੋਈ ਜੁਰਤ ਸੀ। ਮੇਰਾ ਇੱਕ ਨੇਚਰ ਆ ਔਰ ਉਹੀ ਮੇਰੀ ਨੇਚਰ ਮੈਂ ਕੋਸ਼ਿਸ਼ ਚਾਹੁੰਦਾ ਵੀ ਹਰ ਸਮੇਂ ਉਵੇਂ ਮੈਂ ਨੈਚੁਰਲ ਤਰੀਕੇ ਨਾਲ ਹੀ ਰਾਜਨੀਤੀ ਕਰਾਂ, ਨਾ ਕਿ ਆਪਣੀ ਨੇਚਰ ਨੂੰ ਦੱਬ ਕੇ ਜਾਂ ਆਪਣੇ ਆਪ ਨੂੰ ਪ੍ਰੈਸ਼ਰਾਈਜ਼ ਕਰਕੇ ਰਾਜਨੀਤੀ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ। ਕਾਂਗਰਸ ਦੀਆਂ 18 ਸੀਟਾਂ ਰਹਿ ਗਈਆਂ, ਆਮ ਆਦਮੀ ਪਾਰਟੀ 92 ਤੇ ਆ ਕੇ ਖੜ ਗਈ। ਮੂੰਹ ਭਰ ਜਾਂਦਾ ਜਦੋਂ 92 ਕਹਿਣੇ ਆ। ਤੁਹਾਨੂੰ ਲੱਗਦਾ ਹੈਗਾ ਪੰਜਾਬ ਦੀ ਰਾਜਨੀਤੀ ਦੇ ਮਾਇਨੇ ਬਦਲ ਗਏ? ਬਿਲਕੁਲ। ਦੇਖੋ ਹਰ ਇਲੈਕਸ਼ਨ ਦੇ ਵਿੱਚ ਕਾਂਗਰਸ ਇਸ ਤੋਂ ਪਹਿਲਾਂ ਵੀ ਇੱਕ ਵਾਰ ਕਾਂਗਰਸ ਦੀਆਂ 13 ਸੀਟਾਂ ਵੀ ਆਈਆਂ ਸੀ ਜੀ, ਐਤਕੀ 18 ਵਾ। ਪਿਛਲੀ ਵਾਰ ਅਕਾਲੀ ਦਲ ਦੀਆਂ 15 ਸੀ, ਆਮ ਆਦਮੀ ਦੀ 18 ਸੀ ਜੀ। ਸੋ ਸੀਟਾਂ ਦੇ ਨਾਲ ਮਾਇਨੇ ਨਹੀਂ ਬਦਲਦੇ ਹੁੰਦੇ। ਤੁਹਾਡਾ ਵੋਟ ਸ਼ੇਅਰ, ਤੁਹਾਡਾ ਵੋਟ ਬੇਸ ਲੋਕਾਂ 'ਚ ਅੱਜ ਵੀ 23% ਲੋਕਾਂ ਨੇ ਸਾਨੂੰ ਵੋਟ ਪਾਈ ਆ ਜੀ। ਹੁਣ ਚੈਲੰਜ ਇਹ ਹੋਊਗਾ ਵੀ ਲੋਕੀ ਕੀ ਸਾਡਾ ਵੋਟ ਬੈਂਕ ਸਾਰਾ ਤਾਂ ਨਹੀਂ ਸ਼ਿਫਟ ਹੋ ਗਿਆ? ਸਾਡੀ ਪਾਲਿਸੀਆਂ, ਸਾਡੀ ਆਈਡੀਓਲੋਜੀ ਕਿੱਥੇ ਖੜੀ ਆ? ਕਾਂਗਰਸ ਦੇ ਮਾਇਨੇ ਕੀ ਆ? ਕਾਂਗਰਸ ਹੈ ਕੀ ਆ? ਲੋਕਾਂ ਨੂੰ ਇਹ ਦੱਸਣਾ ਪਊਗਾ। ਜਿਸ ਦਿਨ ਅਸੀਂ ਲੋਕਾਂ ਨੂੰ ਇਹ ਦੱਸ ਸਕਾਂਗੇ ਵੀ ਕਾਂਗਰਸ ਕੋਈ ਇੰਡੀਵਿਜੂਅਲ ਬੰਦਿਆਂ ਦੀ ਪਾਰਟੀ ਨਹੀਂ ਆ, ਕਾਂਗਰਸ ਇੱਕ ਸੋਚ ਆ, ਕਾਂਗਰਸ ਇੱਕ ਵਰਗ ਦੇ ਨਾਲ, ਇੱਕ ਸਮੁਦਾਇ ਦੇ ਨਾਲ ਨਹੀਂ ਜੁੜੀ ਹੋਈ ਪਾਰਟੀ, ਕਾਂਗਰਸ ਸਭ ਦੀ ਸਾਂਝੀ ਆ। ਜਿਸ ਦਿਨ ਅਸੀਂ ਇਸ ਸੋਚ ਨੂੰ ਅੱਗੇ ਤੱਕ ਲੈ ਕੇ ਜਾਵਾਂਗੇ ਜੋ ਕਿ ਕਾਂਗਰਸ ਦੀ ਇੱਕ ਅਸਲੀ ਸੋਚ ਆ। ਨਹੀਂ ਤਾਂ ਅਕਸਰ ਤੁਸੀਂ ਵੇਖੋਗੇ ਅਕਾਲੀ ਦਲ ਇੱਕ ਪਰਟੀਕੂਲਰ ਸੈਗਮੈਂਟ ਨੂੰ ਐਡਰੈਸ ਕਰਦੀ ਆ, ਬੀਜੇਪੀ ਇੱਕ ਪਰਟੀਕੂਲਰ ਸੈਗਮੈਂਟ ਨੂੰ ਐਡਰੈਸ ਕਰਦੀ ਆ ਔਰ ਸੋ ਇਸ ਕਰਕੇ ਸਾਨੂੰ ਜਿਹੜੇ ਮਾਇਨੇ ਆ ਕਾਂਗਰਸ ਪਾਰਟੀ ਦੇ ਲੋਕਾਂ ਨੂੰ ਸਮਝਾਉਣੇ ਪੈਣਗੇ ਵੀ ਕਾਂਗਰਸ ਪਾਰਟੀ ਹੈ ਕੀ ਆ। ਅੱਜ ਕਾਂਗਰਸ ਦੇ ਨਾਮ ਦੇ ਉੱਤੇ ਮੈਂ ਕਹਾਂ ਕਾਂਗਰਸ ਕੀ ਆ, ਕੋਈ ਕਹਿੰਦਾ ਵੀ ਇਹ ਫਲਾਣੇ ਲੀਡਰ ਦੀ ਪਾਰਟੀ ਆ, ਕੋਈ ਉਹਨੂੰ ਰਾਹੁਲ ਜੀ ਨਾਲ ਜੋੜਦਾ ਵਾ, ਕੋਈ ਉਹਨੂੰ ਸਟੇਟ ਲੀਡਰਸ਼ਿਪ ਨਾਲ ਜੋੜਦਾ ਵਾ, ਲੋਕਲ ਲੈਵਲ ਦੇ ਉੱਤੇ ਤੁਸੀਂ ਲੋਕਲ ਲੀਡਰ ਨਾਲ ਜੋੜਦੇ ਹੋ। ਲੇਕਿਨ ਕਾਂਗਰਸ ਇੱਕ ਜਿਹੜੀ ਸੋਚ ਆ ਉਹ ਕਿਤੇ ਨਾ ਕਿਤੇ ਪਿੱਛੇ ਹਟਦੀ ਜਾ ਰਹੀ ਹੈ ਔਰ ਉਸ ਸੋਚ ਨੂੰ ਹੀ ਅੱਗੇ ਲੈ ਕੇ ਆਉਣਾ ਤਾਂ ਹੀ ਪਾਰਟੀ ਸ਼ਾਇਦ ਦੁਬਾਰਾ ਵਾਪਸ ਆ ਸਕੂਗੀ। ਜਿਸ ਦਿਨ ਕਾਂਗਰਸ ਪਰਸਨੈਲਿਟੀ ਬੇਸਡ ਪਾਰਟੀ ਤੋਂ ਹਟ ਕੇ ਇੱਕ ਆਈਡੀਓਲੋਜੀ ਬੇਸਡ ਪਾਰਟੀ ਹੋ ਜਾਊਗੀ। ਜਿਵੇਂ ਤੁਸੀਂ ਕਿਹਾ ਵੀ ਲੋਕ ਸਭ ਕੁਝ ਸਮਝਦੇ ਨੇ, ਹੁਣ ਵਕਤ ਪਹਿਲਾਂ ਵਰਗਾ ਨਹੀਂ ਰਿਹਾ। ਤੁਹਾਨੂੰ ਲੱਗਦਾ ਪਾਰਟੀ ਦੇ ਅੰਦਰ ਹੀ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਕਲੀਅਰਿਟੀ ਲਿਆਉਣ ਦੀ ਲੋੜ ਆ ਤਾਂ ਜੋ ਤੁਸੀਂ ਐਜ਼ ਆ ਆਪੋਜੀਸ਼ਨ ਵੀ ਉੱਦਾਂ ਗੱਲ ਰੱਖ ਸਕੋ, ਉੱਦਾਂ ਆਵਾਜ਼ ਚੱਕ ਸਕੋ ਜਿੱਦਾਂ ਚੱਕਣੀ ਚਾਹੀਦੀ ਆ? ਦੇਖੋ ਮੈਂ ਤਾਂ ਬਹੁਤ ਹਾਲੇ ਛੋਟਾ ਮਾਂ ਇਸ ਪਾਰਟੀ ਦੇ ਵਿੱਚ। ਮੈਂ ਤਾਂ ਯੂਥ ਵਿੰਗ ਦਾ ਪ੍ਰਧਾਨ ਆ। ਸੀਨੀਅਰ ਕਾਂਗਰਸ ਬੈਠੀ ਆ, ਸੀਨੀਅਰ ਲੀਡਰਸ਼ਿਪ ਬੈਠੀ ਆ। ਇਹਨਾਂ ਸਾਰਿਆਂ ਨੂੰ ਸੋਚਣਾ ਪੈਣਾ ਕਿਸ ਤਰੀਕੇ ਅਸੀਂ ਨੌਜਵਾਨਾਂ ਨੂੰ ਅੱਗੇ ਲੈ ਕੇ ਆਈਏ, ਕਿਸ ਤਰੀਕੇ ਨੌਜਵਾਨਾਂ 'ਚ ਵਿਸ਼ਵਾਸ ਦਿਵਾਈਏ ਵੀ ਨਹੀਂ ਕਾਂਗਰਸ ਪਾਰਟੀ ਸਰਕਾਰ 'ਚ ਆ ਕੇ ਤੁਹਾਡੇ ਹੱਕਾਂ ਦੀ ਗੱਲ ਕਰੂਗੀ। ਅੱਜ ਦੇ ਸਮੇਂ 'ਚ ਤਾਂ ਇਹ ਗੱਲ ਹੀ ਨਹੀਂ ਆਉਂਦੀ। ਲੋਕਾਂ ਨੇ ਆਮ ਆਦਮੀ 'ਚ ਕਿਉਂ ਵਿਸ਼ਵਾਸ ਜਤਾਤਾ? ਉਹਨਾਂ ਨੇ ਇਸ ਕਰਕੇ ਨਹੀਂ ਜਤਾਇਆ ਵੀ ਉਹਨਾਂ ਨੂੰ ਆਮ ਆਦਮੀ 'ਚ ਵਿਸ਼ਵਾਸ ਸੀ, ਉਹ ਸਾਡੇ ਤੋਂ ਅੱਕੇ ਪਏ ਸੀ। ਕਾਂਗਰਸ ਤੋਂ, ਅਕਾਲੀ ਦਲ ਤੋਂ, ਇਹ ਪੁਰਾਣੇ ਸਿਸਟਮ ਤੋਂ ਉਹਨਾਂ ਨੂੰ ਇਹ ਲੱਗਦਾ ਸੀ ਵੀ ਇਹ ਕਹਿੰਦੇ ਆ ਪਰ ਇਹ ਕਰਦੇ ਨਹੀਂ। ਉਹਨਾਂ ਕਿਹਾ ਇਹਦੇ ਨਾਲੋਂ ਤੀਜਾ ਭਾਵੇਂ ਮਾੜਾ ਨਿਕਲੇ ਚੰਗਾ ਨਿਕਲੇ, ਇੱਕ ਵਾਰ ਤੀਜੇ ਨੂੰ ਟਰਾਈ ਕਰਕੇ ਵੇਖੋ। ਇਹਨਾਂ ਦੋਵਾਂ ਨੂੰ ਸਬਕ ਸਿਖਾਓ ਵੀ ਇਹਨਾਂ ਨੂੰ ਪਤਾ ਚੱਲੇ ਵੀ ਕੀ ਇਹ ਵਾਪਸ ਆਪਣੀ ਉਹੀ ਹਰਕਤਾਂ ਛੱਡਦੇ ਆ ਜਾਂ ਨਹੀਂ ਛੱਡਦੇ। ਕਿ ਕਾਂਗਰਸ ਪਾਰਟੀ ਦੁਬਾਰਾ ਵੀ ਜੋ ਅਸੀਂ ਰਾਜਨੀਤੀ ਕਰ ਰਹੇ ਸੀ, ਲੋਕਾਂ ਨੇ ਉਹ ਮਾਡਲ ਰਿਜੈਕਟ ਕੀਤੇ ਆ ਰਾਜਨੀਤੀ ਦੇ। ਉਹਨਾਂ ਨੇ ਆਮ ਆਦਮੀ ਦਾ ਮਾਡਲ ਐਕਸੈਪਟ ਕੀਤਾ ਜਾਂ ਨਹੀਂ ਕੀਤਾ ਇਹਦਾ ਸਮਾਂ ਦੱਸੂਗਾ। ਲੇਕਿਨ ਕਾਂਗਰਸ ਮਾਡਲ ਜਿਹੜਾ ਟ੍ਰੈਡੀਸ਼ਨਲ ਪਾਰਟੀਜ਼ ਦਾ ਮਾਡਲ ਸੀਗਾ ਉਹ ਉਹਨਾਂ ਨੇ ਰਿਜੈਕਟ ਕਰਕੇ ਉਹਨਾਂ ਨੇ ਕਿਹਾ ਵੀ ਭਾਵੇਂ ਜਿਹੜਾ ਮਰਜ਼ੀ ਤੀਜਾ ਵੀ ਆ ਇਹਨਾਂ ਨੂੰ ਪਾ ਦਿਓ ਵੋਟਾਂ, ਠੀਕ ਆ,
ਇਹਨਾਂ ਨਾਲੋਂ ਸ਼ਾਇਦ ਘੱਟ ਮਾੜੇ ਨਿਕਲਣ। ਹੂੰ। ਸੋ ਲੇਕਿਨ ਹੁਣ ਸਾਨੂੰ ਆਪਣੇ ਆਪ ਨੂੰ ਦਰੁਸਤ ਕਰਨਾ ਪਊਗਾ, ਸਾਨੂੰ ਲੋਕਾਂ ਦੇ ਵਿੱਚ ਜਾ ਕੇ ਇਹ ਦੱਸਣਾ ਪਊਗਾ ਵੀ ਨਹੀਂ ਅਸੀਂ ਬਦਲੇ ਹਾਂ, ਔਰ ਵਾਕਈ ਦਿਲੋਂ ਬਦਲੇ ਹਾਂ। ਇਕੱਲਾ ਕਾਸਮੈਟਿਕ ਚੇਂਜਸ ਨਹੀਂ ਹੋਣੀਆਂ ਚਾਹੀਦੀਆਂ, ਇਕੱਲਾ ਟੈਂਪਰੇਰੀ ਚੇਂਜਸ ਨਹੀਂ ਹੋਣੀਆਂ ਚਾਹੀਦੀਆਂ। ਸਾਨੂੰ ਰਾਜਨੀਤੀ 'ਚ ਜਿਹੜਾ ਇਹ ਸਬਕ ਮਿਲਿਆ ਵਾ, ਇਸ ਚੋਂ ਸਿੱਖ ਕੇ ਸਾਨੂੰ ਅੱਗੇ ਵਧਣਾ ਚਾਹੀਦਾ। ਸੱਚ ਤੇ ਕੱਚ ਚੁੱਭਦੇ ਬਹੁਤ ਨੇ, ਤੁਹਾਨੂੰ ਕੀ ਲੱਗਦਾਗਾ? ਧਮਾਨ ਸਾਹਿਬ ਬੋਲ ਰਹੇ ਸੀ, ਉਹਨਾਂ ਤੇ ਐਕਸ਼ਨ ਹੋ ਗਿਆ, ਸਹੀ ਐਕਸ਼ਨ ਹੋਇਆ ਕਿ ਸੱਚ ਬੋਲ ਰਹੇ ਸੀ ਐਕਸ਼ਨ ਗਲਤ ਹੋ ਗਿਆ? ਦੇਖੋ ਇਹ ਧਮਾਨ ਸਾਹਿਬ ਦੀ ਇੰਡੀਵਿਜੂਅਲ ਗੱਲ ਆ, ਪਾਰਟੀ ਦੀ ਇੰਡੀਵਿਜੂਅਲ ਗੱਲ ਆ। ਮੈਂ ਨਾ ਤਾਂ ਧਮਾਨ ਸਾਹਿਬ ਬਾਰੇ ਕੁਝ ਗੱਲ ਕਰਨਾ ਚਾਹੁੰਦਾ ਹਾਂ, ਲੇਕਿਨ ਡਿਸਪਲਿਨ ਭਾਵੇਂ ਮੈਂ ਵਾਂ ਭਾਵੇਂ ਕੋਈ ਵੀ ਆ, ਉਹਨਾਂ ਨੂੰ ਰਹਿਣਾ ਪਊਗਾ। ਸਮੇਂ ਦੀ ਲੋੜ ਆ ਡਿਸਪਲਿਨ। ਜਿਵੇਂ ਉਸ ਦਿਨ ਵੀ ਤੁਸੀਂ ਇਨਸੀਡੈਂਟ ਦੀ ਗੱਲ ਕਰਦੇ ਹੋ, ਸ਼ਾਇਦ ਉਹਦਾ ਨੁਕਸਾਨ ਕਿਤੇ ਨਾ ਕਿਤੇ ਧਰਨੇ ਨੂੰ ਹੋਇਆ। ਸੋ ਪਾਰਟੀ ਨੂੰ ਨੁਕਸਾਨ ਨਹੀਂ ਹੋਣਾ ਚਾਹੀਦਾ। ਜਦੋਂ ਪਾਰਟੀ ਨੂੰ ਜ਼ਿਆਦਾ ਨੁਕਸਾਨ ਹੋਵੇ ਤੇ ਫਿਰ ਪਾਰਟੀ ਨੂੰ ਫਿਰ ਐਕਸ਼ਨ ਲੈਣਾ ਹੀ ਪੈਂਦਾ। ਇੱਕ ਇਹ ਵੀ ਆ ਰਿਹਾ ਹੈਗਾ ਸਾਹਮਣੇ, ਨਿਊਜ਼ ਦੇ ਵਿੱਚ ਆਏਗਾ ਵੀ ਹਰੀਸ਼ ਚੌਧਰੀ ਨੇ ਇੱਕ ਚਿੱਠੀ ਲਿਖੀ ਆ ਸੋਨੀਆ ਗਾਂਧੀ ਨੂੰ ਵੀ ਜਾਖੜ ਸਾਹਿਬ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ। ਮੈਨੂੰ ਇਹਦੇ ਬਾਰੇ ਕੋਈ ਨੌਲੇਜ ਨਹੀਂ ਹੈ। ਜਾਖੜ ਸਾਹਿਬ ਤੇ ਕਾਹਦੀ ਕਾਰਵਾਈ ਹੋਣੀ ਚਾਹੀਦੀ? ਜਾਖੜ ਸਾਹਿਬ ਦੇ ਉੱਤੇ ਕਾਰਵਾਈ ਮੇਰੇ ਹਿਸਾਬ ਨਾਲ ਤਾਂ ਕੁਝ ਬਣਦੀ ਨਹੀਂ ਆ। ਕਿਸ ਗੱਲ ਦੀ ਕਾਰਵਾਈ? ਤੁਸੀਂ ਕਿਵੇਂ ਦੇਖਦੇ ਹੋ ਸੁਨੀਲ ਕੁਮਾਰ ਜਾਖੜ ਦੀ ਜਿੰਨੀ ਸਿਆਸਤ ਰਹੀ ਹੈ, ਜਿੰਨਾ ਉਹਨਾਂ ਦਾ ਕੈਰੀਅਰ ਰਿਹਾ, ਖਾਸ ਕਰਕੇ ਉਹਨਾਂ ਦੇ ਪਿਤਾ ਜੀ ਦੀ ਗੱਲ ਕਰ ਲਈ, ਅੱਗੇ ਉਹਨਾਂ ਦੇ ਜਿਹੜੇ ਭਤੀਜੇ ਨੇ ਸੰਦੀਪ ਜਾਖੜ, ਉਹ ਵੀ MLA ਬਣੇ ਨੇ, ਖਾਸ ਕਰਕੇ ਏਡੀ ਵੱਡੀ ਨੇਰੀ ਜਦੋਂ ਚੱਲੀ, ਜਾਖੜ ਸਾਹਿਬ ਦਾ ਕਿਵੇਂ ਰਿਹਾ? ਖਾਸ ਕਰਕੇ ਜਿਹੜਾ ਉਹ ਬਿਆਨ ਆਇਆ ਸੀ, ਉਹ ਵੀਡੀਓ ਆਈ ਸੀ ਵੀ 42 ਵੋਟਾਂ ਮੈਨੂੰ ਪੈਣਾਂ ਗਈਆਂ, ਜਾਂ ਕਾਂਗਰਸ ਦੀ ਜਿਹੜੀ ਇੱਕ ਨਵੀਂ ਚੀਜ਼ ਦੇਖਣ ਨੂੰ ਮਿਲੀ ਪੰਜਾਬ ਦੇ ਵਿੱਚ ਵੀ ਹਿੰਦੂ CM ਹੋਣਾ ਚਾਹੀਦਾ, SC ਹੋਣਾ ਚਾਹੀਦਾ, ਜੱਟ ਸਿੱਖ ਹੋਣਾ ਚਾਹੀਦਾ, ਇਹ ਚੀਜ਼ ਕਿੱਧਰੋਂ? ਇਹੋ ਜਿਹੀ ਸੀ ਕਾਂਗਰਸ ਪਹਿਲਾਂ? ਦੇਖੋ ਜਾਖੜ ਸਾਹਿਬ ਨੂੰ ਤੁਸੀਂ, ਮੈਂ ਜਾਖੜ ਸਾਹਿਬ ਦੇ ਨਾਲ ਉਹ ਪ੍ਰਧਾਨ ਰਹੇ, ਮੈਂ ਯੂਥ ਕਾਂਗਰਸ ਦਾ ਪ੍ਰਧਾਨ ਰਿਹਾ, ਮੈਂ ਉਹਨਾਂ ਨੂੰ ਵੇਖਿਆ ਜੀ। ਮੈਨੂੰ ਅੱਜ ਵੀ ਉਹਨਾਂ ਦੀ ਇੱਕ ਗੱਲ ਬੜੀ ਮਤਲਬ ਪ੍ਰਭਾਵਿਤ ਕੀਤੀ, ਜਿਹੜੀ ਜਦੋਂ ਉਹਨਾਂ ਨੇ ਇਹ ਕਿਹਾ ਵੀ, ਉਹਨਾਂ ਨੂੰ ਕਿਹਾ ਸੀ ਤੁਸੀਂ ਮੰਤਰੀ ਬਣੋ, ਤੇ ਉਹਨੇ ਕਿਹਾ ਮੈਂ ਮੰਤਰੀ ਨਹੀਂ ਬਣਨਾ। ਸੋ ਇਹ ਚੀਜ਼ ਨੂੰ ਛੱਡਣਾ ਇਹ ਕੋਈ ਸੌਖੀ ਗੱਲ ਨਹੀਂ ਹੁੰਦੀ। ਇੱਕ ਚੀਜ਼ ਨੂੰ ਮਨਾ ਕਰਨਾ, ਡਿਪਟੀ CM ਨੂੰ ਮਨਾ ਕਰਨਾ, ਕੁਰਸੀ ਨੂੰ ਮਨਾ ਕਰਨਾ ਵੀ ਨਹੀਂ ਮੈਂ ਨਹੀਂ ਕਰਨਾ। ਔਰ ਹਾਂ, ਉਹਨਾਂ 'ਚ ਇੱਕ ਉਹ ਜ਼ਰੂਰ ਆ ਵੀ ਉਹ ਜਿਹਦੇ ਤੇ ਫਿਰ ਨਿਸ਼ਾਨੇ ਧਰਦੇ ਆ, ਫਿਰ ਉਹਦੇ ਦਿਵਾਲੇ ਪੂਰੇ ਚੰਗੀ ਤਰ੍ਹਾਂ ਹੋ ਜਾਂਦੇ ਆ। ਮਤਲਬ ਇੱਕ ਖੁੰਦਕ ਦੇ ਨਾਲ ਲੱਗਦੇ ਆ, ਇੱਕ ਜਨੂਨ ਦੇ ਨਾਲ ਲੱਗਦੇ ਆ। ਸੋ ਉਹ ਚੀਜ਼ਾਂ ਕਈ ਵਾਰ ਨੌਜਵਾਨਾਂ ਨੂੰ ਸ਼ਾਇਦ ਪ੍ਰਭਾਵਿਤ ਕਰਦੀਆਂ। ਕੀ ਫਿਰ ਆਪਣਿਆਂ ਦੇ ਦਿਵਾਲੇ ਸੀ? ਆਪਣਿਆਂ ਦੇ ਹੋਣ, ਬਗਾਨਿਆਂ ਦੇ ਹੋਣ, ਕੋਸ਼ਿਸ਼ ਇਹ ਕਰਨ ਵੀ ਬਗਾਨਿਆਂ ਦੇ ਜ਼ਿਆਦਾ ਦਿਵਾਲੇ ਹੋਣ। ਆਪਣਿਆਂ ਦੇ ਜਦੋਂ ਬੰਦਾ ਦਿਵਾਲੇ ਹੋ ਜਾਂਦਾ ਤੇ ਫਿਰ ਉਹਦਾ ਖਮਿਆਜੇ ਕਿਤੇ ਨਾ ਕਿਤੇ ਭੁਗਤਣੇ ਪੈਂਦੇ ਆ। ਲੇਕਿਨ ਜਾਖੜ ਸਾਹਿਬ ਦੀ ਅਗਰ ਤੁਸੀਂ ਪੁਰਾਣੀ ਸ਼ੁਰੂ ਤੋਂ ਰਾਜਨੀਤੀ ਵੇਖੋ, ਇਮਾਨਦਾਰ ਆ। ਜਾਖੜ ਸਾਹਿਬ ਤੇ ਕਦੀ ਕੋਈ ਪੈਸੇ ਦਾ ਇਲਜ਼ਾਮ ਨਹੀਂ ਲੱਗਦਾ। ਜਾਖੜ ਸਾਹਿਬ ਹਮੇਸ਼ਾ ਸੱਚੀ ਗੱਲ ਕਰਦੇ ਆ। ਜਾਖੜ ਸਾਹਿਬ ਅਸੂਲਾਂ ਵਾਲੇ ਬੰਦੇ ਆ। ਸੋ ਇਹ ਵੀ ਉਹਨਾਂ ਦੀ ਇੱਕ ਪਰਸਨੈਲਿਟੀ ਆ ਨਾ। ਇਸ ਪਰਸਨੈਲਿਟੀ ਨੂੰ ਤੁਸੀਂ ਪਾਸੇ ਨਹੀਂ ਕਰ ਸਕਦੇ ਨਾ। ਠੀਕ ਆ, ਹਰ ਬੰਦੇ 'ਚ ਕੁਛ ਨਾ ਕੁਛ ਕਈ ਵਾਰ ਕੋਈ ਨਾ ਕੋਈ ਇਸ਼ੂ ਆ ਜਾਂਦਾ, ਲੇਕਿਨ ਤੁਸੀਂ ਜਾਖੜ ਸਾਹਿਬ ਨੂੰ ਅਗਰ ਟੋਟੈਲਿਟੀ 'ਚ ਵੇਖੋ, ਅੱਜ ਤੋਂ ਕਿਸਾਨੀ ਦੇ ਮੁੱਦੇ ਤੇ ਉਹਨਾਂ ਤੋਂ ਵਧੀਆ ਕੋਈ ਨਹੀਂ ਬੋਲ ਸਕਦਾ। ਮੋਰੈਲਿਟੀ ਦੇ ਉੱਤੇ ਉਹਨਾਂ ਤੋਂ ਵਧੀਆ ਕੋਈ ਨਹੀਂ ਬੋਲ ਸਕਦਾ। ਇਹ ਸਾਰੀਆਂ ਚੀਜ਼ਾਂ ਦੇ ਉੱਤੇ ਉਹ ਖਰੇ ਉਤਰਦੇ ਆ। ਸੋ ਇੱਕ ਜਾਖੜ ਸਾਹਿਬ ਦਾ ਇੱਕ ਆਪਣਾ ਸਟੈਂਡ ਆ, ਇੱਕ ਆਪਣਾ ਕੱਦ ਆ, ਔਰ ਉਸ ਕੱਦ ਦੀ ਮੈਨੂੰ ਇਹ ਲੱਗਦਾ ਵੀ ਪਾਰਟੀ ਨੂੰ ਬਹੁਤ ਲੋੜ ਆ। ਪਾਰਟੀ ਦੇ ਵਿੱਚ ਇਹੋ ਜਿਹੇ ਸੀਨੀਅਰ ਲੀਡਰ ਜਿਹੜੇ ਸੱਚ ਨੂੰ ਸੱਚ ਕਹਿ ਸਕਣ, ਔਰ ਜਿਹੜੇ ਬੇਵਾਕੀ ਨਾਲ ਆਪਣੀ ਗੱਲ ਰੱਖ ਸਕਣ, ਔਰ ਕਿਸੇ ਦੇ ਦੇਣਦਾਰ ਨਾ ਹੋਣ, ਇਹੋ ਜਿਹੇ ਬੰਦਿਆਂ ਦੀ ਲੋੜ ਹੁੰਦੀ ਪਾਰਟੀ। ਜੇ ਗੱਲ ਹੁਣ ਸਰਕਾਰ ਦੀ ਕਰ ਲਈਏ, ਕਿਵੇਂ ਦੇਖ ਰਹੇ ਹੋ ਭਗਵੰਤ ਸਰਕਾਰ ਨੂੰ ਜਾਂ ਮਾਨ ਸਰਕਾਰ ਨੂੰ? ਤੁਹਾਨੂੰ ਲੱਗਦਾਗਾ ਵੀ ਜਿਹੜੀਆਂ ਗੱਲਾਂ ਕਹੀਆਂ ਸੀ ਉਹ ਲੈਣ ਤੇ ਉਹ ਲੀਹ ਤੇ ਤੁਰਨ ਲੱਗ ਗਏ ਕਿ ਹਜੇ ਨਹੀਂ ਗੱਲ ਬਣਨੀ? ਹਾਲੇ ਸਮਾਂ ਬਹੁਤ ਘੱਟ ਹੋਇਆ। ਸਮਾਂ ਲੈਣ ਦਿਓ, ਸਮੇਂ ਦੇ ਹਿਸਾਬ ਨਾਲ ਬੋਲਦੇ ਆਪਾਂ ਚੰਗੇ ਲੱਗਦੇ ਹਾਂ। ਲੇਕਿਨ ਹਾਂ, ਜਿਵੇਂ ਇਹਨਾਂ ਦਾ ਪਹਿਲਾ ਮਹੀਨਾ ਰਿਹਾ, ਇੰਨਾ ਮਾੜਾ ਕਿਸੇ ਦਾ ਵੀ ਨਹੀਂ ਰਹਿੰਦਾ ਹੁੰਦਾ। ਇੰਨੇ ਵੱਡੇ ਬਹੁਮਤ ਤੋਂ ਬਾਅਦ ਇੰਨਾ ਵੱਡਾ ਬਹੁਮਤ ਮਿਲਿਆ ਹੋਵੇ, 92 ਸੀਟਾਂ ਹੋਣ, ਪੰਜਾਬ ਦੇ 3 ਮੁੱਦੇ ਆਏ ਹੋਣ, ਤੁਸੀਂ ਉਹਨਾਂ ਤੇ ਪਹਿਰਾ ਹੀ ਨਾ ਦੇ ਸਕੇ ਹੋ। ਤੁਸੀਂ ਰਾਜ ਸਭਾ 5 ਜਾਣੇ ਉਹ ਭੇਜ ਦਿਓ ਜਿਨ੍ਹਾਂ ਦਾ ਪੰਜਾਬ ਨਾਲ ਕੋਈ ਲੈਣ ਦੇਣ ਨਾ। ਹੋਰ ਗੱਲਾਂ ਤੁਸੀਂ ਪੰਜਾਬ ਦੀਆਂ, ਇਨਕਲਾਬ ਦੀਆਂ, ਭਗਤ ਸਿੰਘ ਤੋਂ ਥੱਲੇ ਤੁਸੀਂ ਨਹੀਂ ਆ ਰਹੇ। ਪੀਲੀਆਂ ਪੱਗਾਂ ਬਣਾ ਕੇ ਤੁਸੀਂ ਕਬਜ਼ੇ ਕਰਾ ਰਹੇ ਹੋ, ਔਰ ਤੁਸੀਂ ਫਿਰ ਨਹੀਂ ਬੋਲ ਰਹੇ ਉਸ ਮੁੱਦੇ ਦੇ ਉੱਤੇ। ਕਬਜ਼ੇ ਹੋਏ, ਟਰੱਕ ਯੂਨੀਅਨਾਂ 'ਚ ਕਬਜ਼ੇ ਹੋਏ, ਟਰੱਕ ਯੂਨੀਅਨਾਂ 'ਚ ਧੱਕੇਸ਼ਾਹੀ ਹੋਈ, ਪੀਲੀਆਂ ਪੱਗਾਂ ਬਣ ਕੇ ਡਾਂਗੋ ਡਾਂਗੀ ਹੋ ਰਹੇ। ਇਹ ਭਗਤ ਸਿੰਘ ਦੀ ਸੋਚ ਆ, ਇਹ ਇਨਕਲਾਬ ਆ। ਤੁਸੀਂ ਘੱਟੋ ਘੱਟ ਇਸ ਸੋਚ ਨੂੰ ਪੱਗਾਂ ਤੱਕ ਸੀਮਿਤ ਨਾ ਕਰੋ। ਇਹ ਸੋਚ ਨੂੰ ਅਗਰ ਲੋਕਾਂ ਤੱਕ ਜਾ ਕੇ ਜਾਣਾ, ਜੇ ਤੁਹਾਡੇ ਐਕਸ਼ਨ ਹੋਣੇ ਚਾਹੀਦੇ ਆ। ਦਮ ਉਦੋਂ ਹੁੰਦਾ ਭਗਵੰਤ ਸਿੰਘ ਮਾਨ 'ਚ, ਜਿੱਦਣ ਪੰਜਾਬੀਅਤ ਦੇ ਉੱਤੇ ਗੱਲ ਆਈ ਸੀ, ਉਦੋਂ ਖੜੇ ਹੋ ਕੇ ਠੋਕ ਕੇ ਕਹਿੰਦੇ ਵੀ ਨਹੀਂ, ਰਾਜ ਸਭਾ ਦੇ ਵਿੱਚ ਫਲਾਣੇ ਬੰਦੇ ਜਾਣਗੇ। ਲੇਕਿਨ ਉਦੋਂ ਕੁਰਸੀ ਪਿਆਰੀ ਸੀ, ਉਹਨਾਂ ਨਾਲ ਅਰਵਿੰਦ ਕੇਜਰੀਵਾਲ ਜੀ ਨਾਲ ਸਮਝੌਤਾ ਹੋਇਆ ਸੀ ਵੀ ਨਹੀਂ, ਪੰਜਾਬ ਦੇ ਹੱਕ ਬਾਅਦ ਵਿੱਚ, ਪਾਰਟੀ ਦੇ ਹੱਕ ਪਹਿਲੋਂ। ਹੀ ਤੁਸੀਂ ਉਹਨਾਂ ਪਿੱਛੇ ਜੇ ਵੇਖ ਲਓ, ਗਵਰਨਰ ਦੇ ਮਗਰ ਤੁਰੇ ਫਿਰ ਰਹੇ ਆ। ਠੀਕ ਆ, ਗਵਰਨਰ ਦਾ ਇੱਕ
ਅਹੁਦਾ ਵਾ, ਉਹਦਾ ਮਾਨ ਸਤਿਕਾਰ ਆ, ਲੇਕਿਨ ਗਵਰਨਰ ਸਾਹਿਬ ਕਹਿ ਰਿਹਾ ਵੀ ਮੈਂ ਹਰ 3 ਮਹੀਨੇ ਆ ਕੇ ਸਿਕਿਉਰਿਟੀ ਅਰੇਂਜਮੈਂਟ ਚੈੱਕ ਕਰਿਆ ਕਰੂੰਗਾ। ਫਿਰ ਫੈਡਰਲ ਸਟਰਕਚਰ ਦੀਆਂ ਜਿਹੜੀਆਂ ਭਗਵੰਤ ਮਾਨ ਲੋਕ ਸਭਾ 'ਚ ਐਡਾ ਭਾਸ਼ਣ ਦੇ ਕੇ ਆਏ ਸੀ BSF ਨੂੰ ਲੈ ਕੇ, ਤੇ ਉੱਥੇ ਕਿਉਂ ਨਾ ਬੋਲੇ ਵੀ ਮੈਂ ਸક્ષਮ ਹਾਂ, ਆਪਾਂ ਇਕੱਠੇ ਰੱਖਾਂਗੇ ਜਾਂ ਕੋਈ ਇਹੋ ਜਿਹੀ ਗੱਲ ਕਰਾਂਗੇ ਜਿਹਦੇ ਨਾਲ ਲੋਕਾਂ ਨੂੰ ਇਹ ਵਿਸ਼ਵਾਸ ਹੋਵੇ ਵੀ ਪੰਜਾਬ ਦੇ ਹੱਕਾਂ ਦੀ ਰਖਵਾਲੀ ਭਗਵੰਤ ਸਿੰਘ ਮਾਨ ਕਰ ਸਕਦਾ ਵਾ। ਅੱਜ ਪੰਜਾਬ ਦੇ ਹੱਕਾਂ ਦੀ ਗੱਲ ਨਹੀਂ ਆ ਰਹੀ, ਅੱਜ ਉਹੀ ਦਿੱਲੀ ਮਾਡਲ ਜਿਹੜੀਆਂ ਮੈਨੂੰ ਲੱਗਦਾ ਵੀ ਜਿਹੜਾ ਇੱਕ ਜਿਹਨੂੰ ਇਹ ਪ੍ਰੋਜੈਕਟ ਕਰਨਾ ਚਾਹੁੰਦੇ ਆ, ਸਮਾਂ ਦੱਸੂਗਾ ਵੀ ਉਹ ਦਿੱਲੀ ਮਾਡਲ ਕੀ ਸੀ। ਅੱਜ ਲੋਕਾਂ ਨੇ ਉਹਨਾਂ ਨੂੰ ਵੋਟ ਪਾਈ, ਉਸ ਫੈਸਲੇ ਦਾ ਸਨਮਾਨ ਕਰਦੇ ਆ, ਉਸ ਫੈਸਲੇ ਦਾ ਸਤਿਕਾਰ ਆ, ਔਰ ਇਹਦੇ ਤੋਂ ਸਿੱਖਾਂਗੇ ਵੀ ਕਿਵੇਂ ਲੋਕਾਂ ਦੇ ਵਿੱਚ ਤੁਸੀਂ ਕੈਂਪੇਨ ਕਰਨਾ ਚਾਹੀਦਾ। ਪਰ ਭਗਵੰਤ ਮਾਨ ਤਾਂ ਇਹ ਕਹਿੰਦੇ ਆ ਵੀ ਜਿਹੜੇ ਉਹਨਾਂ ਨੇ ਫੈਸਲੇ ਕੀਤੇ ਉਹ ਤਾਂ ਇਤਿਹਾਸਿਕ ਆ। ਪਹਿਲੀ ਵਾਰ ਕਿਸੇ ਮੁੱਖ ਮੰਤਰੀ ਨੇ ਕਿਹਾ ਵੀ ਤੁਹਾਨੂੰ ਦਿੱਤੀ 25,000 ਨੌਕਰੀ, 35,000 ਮੁਲਾਜ਼ਮ ਕੀਤੇ ਪੱਕੇ। ਜਿਹੜਾ ਇਗਨੋਰੈਂਸ ਆ ਨਾ ਇੱਕ ਬੰਦੇ ਨੂੰ ਆਪਣੇ ਬਾਰੇ, ਇੱਕ ਬੰਦੇ ਨੂੰ ਸ਼ਾਇਦ ਕਿ ਪਹਿਲੀ ਵਾਰ ਸਰਕਾਰ ਵਿੱਚ ਆਏ ਆ, ਇਹੋ ਜਿਹੇ ਅਨਾਉਂਸਮੈਂਟਾਂ ਹਰ ਸਰਕਾਰ ਦੇ ਵਿੱਚ ਬੜੀ ਵਾਰ ਹੋਈਆਂ। ਚਰਨਜੀਤ ਸਿੰਘ ਚੰਨੀ ਦੀਆਂ ਰੀਸੈਂਟ ਸੀਗੀਆਂ, 35,000 ਮੁਲਾਜ਼ਮ ਉਹਨਾਂ ਨੇ ਪੱਕੇ ਕਰਤੇ ਸੀ, ਉਹ ਅਜੇ ਤੱਕ ਨਹੀਂ ਪੱਕੇ ਹੋਏ। ਭਗਵੰਤ ਸਿੰਘ ਮਾਨ ਨੇ ਕਰਤੇ ਸੀ ਪੱਕੇ, ਅੱਜ 1 ਸਾਲ ਦਾ ਕੰਟਰੈਕਟ ਇਸ਼ੂ ਕਰਤਾ। ਸੋ ਲੋਕਾਂ ਨੂੰ ਵੀ ਸੋਚਣਾ ਪਊਗਾ ਵੀ ਬਿਆਨਾਂ ਦੇ ਮਾਇਨੇ ਕੀ ਆ, ਕਿਉਂਕਿ ਲੋਕਾਂ ਨੇ ਉਹਨਾਂ ਤੇ ਵਿਸ਼ਵਾਸ ਜਤਾਇਆ, ਲੋਕੀ ਓਂ ਹੀ ਬਿਆਨ ਦੇ ਦਿੰਦੇ ਆ। ਸੋ ਮੇਰਾ ਸਿਰਫ ਇਹ ਕਹਿਣ ਦਾ ਮਤਲਬ ਆ ਵੀ ਇਹ ਤਾਂ ਸਮਾਂ ਦੱਸੂਗਾ ਵੀ ਕੀ ਵਾਕਈ ਸਭ ਕੁਝ ਹੋਊਗਾ ਕਿ ਨਹੀਂ। ਜੇ ਅੱਜ ਤੋਂ 2 ਦਹਾਕੇ ਪਹਿਲਾਂ ਦੀ ਗੱਲ ਕਰ ਲਈਏ, ਜਦੋਂ ਇੱਕ ਲੀਡਰ ਖਾਸ ਕਰਕੇ ਨੈਸ਼ਨਲ ਜਾਂ ਸਟੇਟ ਦਾ ਵੱਡਾ ਲੀਡਰ ਇੱਕ ਬਿਆਨ ਦਿੰਦਾ ਸੀ ਤੇ ਉਹਦੇ ਬੜੇ ਮਾਇਨੇ ਨਿਕਲਦੇ ਸੀ, ਬਿਆਨ ਹੀ ਸਭ ਕੁਝ ਹੁੰਦਾ ਸੀ, ਇੱਕ ਪ੍ਰੈਸ ਨੋਟ ਦੀ ਤਰ੍ਹਾਂ ਲਿਆ ਜਾਂਦਾ ਸੀ। ਤੁਹਾਨੂੰ ਕੀ ਲੱਗਦਾ ਬਿਆਨ ਹੀ ਰਹਿ ਗਏ ਬਸ ਸਿਰਫ ਜੁਮਲੇ? ਅੱਜ ਕੱਲ੍ਹ ਤੁਹਾਡੇ ਕੈਮਰੇ ਹੀ ਇੰਨੇ ਹੋ ਗਏ ਆ, TV ਚੈਨਲ ਹੀ ਇੰਨੇ ਹੋ ਗਏ ਆ ਵੀ ਇੱਕ ਬਿਆਨ ਨੂੰ ਸਵੇਰ ਤੋਂ ਸ਼ਾਮ ਤੱਕ ਉਹਦੇ ਸ਼ਾਇਦ ਮਾਇਨੇ ਬਦਲ ਜਾਂਦੇ ਆ। ਕਈ ਵਾਰ ਇੱਕ ਚੈਨਲ ਦੇ ਉੱਤੇ ਇੱਕ ਬਿਆਨ ਦਿੰਦਾ, ਦੂਜੇ ਤੱਕ, ਤੀਜੇ ਤੱਕ, ਅਖੀਰਲੇ ਤੱਕ ਜਾਂਦੇ ਉਹਦੇ ਮਾਇਨੇ ਬਦਲ ਜਾਂਦੇ ਆ। ਸੋ ਮੇਰੇ ਹਿਸਾਬ ਨਾਲ ਜਿਹੜੇ ਲੀਡਰ ਆ ਉਹ ਫੇਸਬੁੱਕ, ਸੋਸ਼ਲ ਮੀਡੀਆ ਇੰਨਾ ਜ਼ਿਆਦਾ ਪ੍ਰੋਮੀਨੈਂਟ ਹੋ ਗਿਆ ਵਾ ਵੀ ਰੋਜ਼ ਦੀ ਐਕਟੀਵਿਟੀ ਚਾਹੀਦੀ ਆ, ਰੋਜ਼ ਦਾ ਕੋਈ ਨਾ ਕੋਈ ਬਿਆਨ ਚਾਹੀਦਾ ਵਾ। ਸੋ ਸ਼ਾਇਦ ਕਿਤੇ ਨਾ ਕਿਤੇ ਕ੍ਰੈਡੀਬਿਲਿਟੀ ਸਫਰ ਕੀਤੀ, ਔਰ ਲੋਕੀ ਵੀ ਭੁੱਲ ਜਾਂਦੇ ਆ, ਕਈ ਲੀਡਰ ਬੋਲ ਰਹੇ ਹੁੰਦੇ ਆ ਪਾਰਟੀ ਬੜੀ ਚੰਗੀ ਆ, 10 ਦਿਨਾਂ ਬਾਅਦ ਦੂਜੀ ਪਾਰਟੀ ਦੀ ਤਾਰੀਫ ਕਰ ਰਹੇ ਹੁੰਦੇ ਆ। ਸੋ ਰਾਜਨੀਤੀ ਦਾ ਇਸ ਹਿਸਾਬ ਨਾਲ ਅਸੀਂ ਤਾਂ ਐਜ਼ ਅ ਯੰਗਸਟਰ ਇਹ ਦੇਖਦੇ ਹਾਂ, ਔਰ ਸਾਨੂੰ ਲੱਗਦਾ ਵੀ ਰਾਜਨੀਤੀ ਬੜੇ ਇਹਦੇ ਮਾਇਨੇ ਬਦਲੇ ਆ, ਬੜਾ ਇਹਦਾ ਜ਼ਬਰਦਸਤ ਬਦਲਾਵ ਆਇਆ। ਸੋ ਲੱਗਦਾ ਇਸੇ ਕਰਕੇ ਮਾਨ ਸਾਹਿਬ ਨੇ ਸਟੂਡੀਓ ਬਣਾਤਾ, ਕਹਿੰਦੇ ਸਟੂਡੀਓ ਬਣ ਰਿਹਾ ਹੈਗਾ। ਉਹਨਾਂ ਨੇ ਵੇਖ ਲਿਆ ਵੀ ਤੁਸੀਂ ਸਾਰਿਆਂ ਤੋਂ ਸਵਾਲਾਂ ਤੋਂ ਘਿਰ ਜਾਂਦੇ ਆ। ਸੋ ਅੱਜ ਕੱਲ੍ਹ ਰਾਜਨੀਤਿਕ ਲੀਡਰਾਂ ਨੂੰ ਸਵਾਲਾਂ ਬਾਰੇ ਮੈਨੂੰ ਲੱਗਦਾ ਜਵਾਬ ਦੇਣੇ ਵੀ ਔਖੇ ਲੱਗਦੇ ਆ, ਕਿਉਂਕਿ ਅੱਜ ਕੱਲ੍ਹ ਸਾਰੇ ਡਿਕਟੇਟਰਸ਼ਿਪ ਟਾਈਪ ਪੋਲਿਟਿਕਸ ਸਭ ਨੂੰ ਵਧੀਆ ਲੱਗਦੀ ਹੈ, ਜੋ ਮੈਂ ਕਹਿਦਾ ਉਹੀ ਸੱਚ ਆ, ਔਰ ਸੁਣਨ ਦੀ ਸ਼ਮਤਾ ਜਿਹੜੀ ਆ ਉਹ ਘਟੀ ਹੋਈ ਹੈ। ਵਰਿੰਦਰ ਢਿੱਲੋਂ ਕੀ ਸੋਚਦਾ ਆਪਣੇ ਬਾਰੇ, ਕੀ ਆ ਭਵਿੱਖ ਵਰਿੰਦਰ ਢਿੱਲੋਂ ਦਾ? ਹਾਲੇ ਤਾਂ ਸਮਾਂ, ਮੈਂ ਉਹੀ ਕਹਿ ਰਿਹਾ ਨਾ, ਭਵਿੱਖਬਾਣੀਆਂ ਮੈਂ ਕੀ ਇਹਦੇ ਬਾਰੇ ਬੋਲ ਸਕਦਾ ਵਾਂ। ਅਸੀਂ ਤਾਂ ਇਹੀ ਆਪਣੇ ਆਪ ਨੂੰ ਇਸ ਸਪੇਸ ਦੇ ਵਿੱਚ, ਜਿਹੜੀ ਅੱਜ ਯੂਥ ਕਾਂਗਰਸ ਦੇ ਪ੍ਰਧਾਨ ਆ, 1 ਸਾਲ ਤੱਕ ਦੀ ਟੈਨਿਓਰ ਪਈ ਆ ਹਾਲੇ, ਇਸ ਦੇ ਵਿੱਚ ਵੱਧ ਤੋਂ ਵੱਧ ਨੌਜਵਾਨਾਂ ਦੇ ਮੁੱਦੇ ਚੱਕੀਏ, ਵੱਧ ਤੋਂ ਵੱਧ ਨੌਜਵਾਨਾਂ ਦੀ ਗੱਲ ਕਰੀਏ, ਔਰ ਜਿਵੇਂ ਜਿਹੜੀ ਜ਼ਿੰਮੇਵਾਰੀ ਮਿਲਦੀ ਰਹੂਗੀ ਉਹਨੂੰ ਉਵੇਂ ਨਿਭਾਉਂਦੇ ਰਵਾਂਗੇ। ਤੁਸੀਂ ਹਰ ਗੱਲ ਤੇ ਕਹਿ ਦਿੰਦੇ ਹੋ ਵੀ ਅਸੀਂ ਸਿਆਸਤ ਦੇ ਵਿੱਚ ਬੜੇ ਛੋਟੇ ਹਾਂ, ਸਾਡੇ ਮਾਲਵੇ ਵਾਲੇ ਪਾਸੇ ਕਿਹਾ ਜਾਂਦਾ ਕਾਂਗਰਸ ਦੀ ਕਿਸੇ ਨੂੰ ਟਿਕਟ ਮਿਲ ਜੇ ਉਹ MLA ਤੋਂ ਘੱਟ ਨਹੀਂ ਹੁੰਦੀ। ਟਿਕਟ ਹੀ ਬੜੀ ਵੱਡੀ ਗੱਲ ਆ ਨੈਸ਼ਨਲ ਪਾਰਟੀ ਦੀ ਮਿਲਣਾ, ਉਹ ਵੀ ਭਾਰਤ ਦੀ ਸਭ ਤੋਂ ਪੁਰਾਣੀ ਪਾਰਟੀ। ਤੁਸੀਂ ਫੇਰ ਕਹਿ ਦਿੰਦੇ ਹੋ ਵੀ ਇਸ ਤਾਂ ਹਜੇ ਨਿਆਣੇ ਆ, ਗੱਲਾਂ ਗੋਲ-ਮੋਲ ਕਰੀ ਜਾਂਦੇ। ਨਹੀਂ, ਨਿਆਣੇ ਨਹੀਂ ਕੋਈ ਗੱਲ, ਜੇ ਗੱਲ ਜੋ ਸੱਚ ਆ, ਲੇਕਿਨ ਹਾਂ ਵੀ ਟਿਕਟ ਬੜੀ ਵੱਡੀ ਗੱਲ ਆ, ਲੇਕਿਨ ਟਿਕਟ ਤੋਂ ਬਾਅਦ ਜਿੱਤਣਾ ਵੀ ਹੁੰਦਾ। ਸੋ ਇੱਕ ਵਾਰ ਕੋਸ਼ਿਸ਼ ਆ ਵੀ ਇੱਕ ਵਾਰ ਇਲੈਕਸ਼ਨ ਵੀ ਜਿੱਤੀਏ, ਉਹ ਬਹੁਤ ਜ਼ਰੂਰੀ ਆ। ਦੋਵੇਂ ਵਾਰ ਆਮ ਆਦਮੀ ਦੀ ਵੇਵ ਦੇ ਵਿੱਚ ਅਸੀਂ ਕਿਤੇ ਨਾ ਕਿਤੇ ਆਏ ਨਾ ਗਲਤੀਆਂ ਛੋਡੀਆਂ ਵੀ ਰਹਿਣਾ ਹੋਣਗੀਆਂ ਕੁਛ ਨਹੀਂ, ਬਿਲਕੁਲ ਰਹੀਆਂ, ਬਟ ਆਪਣਾ ਕੋਸ਼ਿਸ਼ ਆ। ਚਲੋ ਹਾਰ ਜਿੱਤ ਇੱਕ ਜ਼ਿੰਦਗੀ ਦਾ ਪਹਿਲੂ ਆ, ਮੈਨੂੰ ਕੋਈ ਹਾਰ ਤੋਂ ਮੈਨੂੰ ਕੋਈ ਨਿਰਾਸ਼ਾ ਨਹੀਂ ਆ, ਮੈਨੂੰ ਕੋਈ ਹਾਰ ਨੇ ਮੈਨੂੰ ਕੋਈ ਮੇਰਾ ਕੋਈ ਹੌਸਲਾ ਨਹੀਂ, ਮੇਰਾ ਕੋਈ ਡੋਲਦਾ, ਲੇਕਿਨ ਕੰਮ ਕਰਦੇ ਰਹਿਣਾ ਵਾ ਔਰ ਕੰਮ ਕਰਦੇ ਰਵਾਂਗੇ। ਲੇਕਿਨ ਮੈਂ ਜਿਹੜੀ ਤੁਸੀਂ ਗੱਲ ਕਰਦੇ ਹੋ ਵੀ ਦੇਖੋ, ਮੈਂ ਆਪਣੇ ਆਪ ਨੂੰ ਬੜਾ ਖੁਸ਼ਕਿਸਮਤ ਵੀ ਸਮਝਦਾ, ਭਾਵੇਂ ਯੂਨੀਵਰਸਿਟੀ ਦੀ ਰਾਜਨੀਤੀ ਸੀ, ਭਾਵੇਂ ਯੂਥ ਦੀ ਰਾਜਨੀਤੀ ਸੀ। ਮੈਨੂੰ ਲੱਗਦਾ ਵੀ ਹਾਂ ਇੱਕ ਚੀਜ਼ ਨੂੰ ਅਸੀਂ ਰਿਪਰੈਜ਼ੈਂਟ ਕਰ ਸਕੇ, ਇੱਕ ਚੀਜ਼ ਦੇ ਮਾਇਨੇ ਰੱਖ ਸਕੇ। ਅੱਜ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਦੇ ਤੌਰ ਦੇ ਉੱਤੇ ਮੈਨੂੰ ਨਹੀਂ ਲੱਗਦਾ ਵੀ ਕੋਈ ਕਮੀ ਪੇਸ਼ੀ ਜਿਹੜੀਆਂ ਰਹੀਆਂ ਵਾ ਉਹਨਾਂ ਨੂੰ ਕਿਵੇਂ ਅਸੀਂ ਦਰੁਸਤ ਕਰੀਏ। ਪਰ ਵਰਿੰਦਰ ਜੀ ਇੱਕ ਗੱਲ ਜ਼ਰੂਰ ਆ, ਮੈਂ ਮਾਫੀ ਚਾਹੂੰਗਾ, ਰੋਕਣਾ ਚਾਹੂੰਗਾ। ਤੁਹਾਡੇ ਬਾਰੇ ਇਹ ਚੀਜ਼ ਕਿਹਾ ਜਾਂਦਾ ਵੀ ਸਿਰਫ ਯੂਥ ਸ਼ਬਦ ਨੂੰ ਤੁਸੀਂ ਜ਼ਰੂਰ ਵਰਤਦੇ ਹੋ, ਪਰ ਤੁਸੀਂ ਜੜ੍ਹਾਂ ਨਾਲ ਟੁੱਟ ਗਏ। ਖਾਸ ਕਰਕੇ ਜੇ ਪੰਜਾਬ ਯੂਨੀਵਰਸਿਟੀ ਦੀ ਗੱਲ ਕਰਦੇ ਹਾਂ, ਉੱਥੇ ਬੜਾ ਕੁਝ ਬਦਲਿਆ ਹੋਇਆ ਗਾ। ਸੈਨੇਟ ਵਾਲਾ ਧਰਨਾ ਲੱਗਿਆ, ਉਹ ਲੀਡਰ ਵੀ ਆਏ ਜਿਹੜਿਆਂ ਨੂੰ ਕਦੇ ਪਤਾ ਹੀ ਨਹੀਂ ਸੀ ਵੀ ਯੂਨੀਵਰਸਿਟੀ ਕਿਹੜੇ ਸੈਕਟਰ 'ਚ ਆ।
ਬੜੇ ਲੀਡਰ ਆਏ, ਉਦੋਂ ਬਾਅਦ ਕੋਈ ਗੇੜਾ ਗੂੜਾ ਨਹੀਂ ਮਾਰਦੇ। ਹੋਸਟਲ ਵਾਲਿਆਂ ਦਾ ਹੁਣ ਵੀ ਵਿਵਾਦ ਚੱਲੀ ਜਾਂਦਾ ਗਾ, ਬੜਾ ਕੁਛ ਆ। ਜੜ੍ਹਾਂ ਨਾਲੋਂ ਟੁੱਟੇ ਹੋ ਤਾਂ ਵੀ ਕਾਰਨ ਲੱਗਦਾ ਗਾ। ਨਹੀਂ ਦੇਖੋ, ਇਹਨੂੰ ਤੁਸੀਂ ਜੜ੍ਹਾਂ ਨਾਲ ਟੁੱਟਣਾ ਨਾ ਕਹੋ। ਜੜ੍ਹਾਂ ਤਾਂ ਹਮੇਸ਼ਾ ਯੂਨੀਵਰਸਿਟੀ 'ਚ ਰਹਿਣਗੀਆਂ, ਲੇਕਿਨ ਉੱਥੇ ਉਹਨੇ ਸક્ષਮ ਲੋਕ ਹੈਗੇ ਆ ਜਿਹੜੇ ਬੈਠੇ ਆ, ਜਿਹੜੇ ਉੱਥੇ ਧਰਨੇ ਦੇ ਵਿੱਚ ਉਹਦੀ ਸ਼ਮੂਲੀਅਤ ਕਰਦੇ ਆ। ਹੁਣ ਕੱਲ ਨੂੰ ਮੈਂ ਪੰਜਾਬ ਯੂਥ ਕਾਂਗਰਸ ਦਾ ਪ੍ਰਧਾਨ ਰਹੂੰਗਾ, ਇਹ ਥੋੜਾ ਵੀ ਜਦੋਂ ਵੀ ਕਿਤੇ ਯੂਥ ਦਾ ਮੁੱਦਾ ਆਊਗਾ ਤੇ ਮੈਂ ਵਾਪਸ ਆ ਕੇ ਫਿਰ ਯੂਥ ਦੇ ਮੁੱਦੇ ਤੇ ਬਹਿ ਜਾਊਂਗਾ। ਅਗਰ ਜਿਹੜਾ ਵੀ ਜਿਹਨੂੰ ਜਿਹੜੀ ਜ਼ਿੰਮੇਵਾਰੀ ਦਿੱਤੀ ਜਾਂਦੀ ਆ, ਉਹ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਆ। ਜ਼ਰੂਰੀ ਨਹੀਂ ਆ ਵੀ ਮੌਕੇ ਤੇ ਧਰਨੇ ਤੇ ਜਾ ਕੇ ਹੀ ਸਭ ਕੁਝ ਕਰਨਾ ਵਾ, ਕੈਮਰਿਆਂ ਦੇ ਅੱਗੇ ਸਭ ਕੁਝ ਕਰਨਾ ਵਾ। ਮਗਰੋਂ ਸਪੋਰਟ ਕਰਨ ਦੇ ਵੀ ਬਹੁਤ ਸਿਸਟਮ ਹੁੰਦੇ ਆ। ਇਹ ਜੜ੍ਹਾਂ ਤੋਂ ਮੈਂ ਜਦੋਂ ਵੀ ਯੂਨੀਵਰਸਿਟੀ ਤੋਂ ਜਦੋਂ ਮੈਂ ਅਖੀਰਲੀ ਵਾਰ ਯੂਨੀਵਰਸਿਟੀ ਛੱਡੀ ਸੀ, ਜਦੋਂ ਆਖਰੀ ਇਲੈਕਸ਼ਨ ਤੋਂ ਬਾਅਦ, ਉਸ ਤੋਂ ਬਾਅਦ ਮੈਂ ਇਲੈਕਸ਼ਨ ਦੀ ਪ੍ਰਤੀਕਿਰਿਆ ਦੇ ਵਿੱਚ ਨਹੀਂ ਗਿਆ ਸੀ। ਕਿਉਂਕਿ ਜਦੋਂ ਤੁਸੀਂ ਚਲੇ ਜਾਂਦੇ ਹੋ ਫਿਰ ਦੂਜਿਆਂ ਨੂੰ ਸਪੇਸ ਨਹੀਂ ਮਿਲਦੀ, ਫਿਰ ਹੋਰ ਨਵਾਂ ਟੈਲੈਂਟ ਉੱਭਰ ਕੇ ਨਹੀਂ ਆਉਂਦਾ। ਸੋ ਤੁਹਾਨੂੰ ਨਵਾਂ ਟੈਲੈਂਟ ਉੱਥੇ ਵੀ ਉੱਭਰਨਾ ਚਾਹੀਦਾ। ਅਗਰ ਵਰਿੰਦਰ ਹੀ ਉੱਥੇ ਬਾਰ-ਬਾਰ ਜਾਈ ਜਾਊਗਾ ਤੇ ਫਿਰ ਤਾਂ ਮੈਂ ਹੀ ਉੱਥੇ ਜਾ ਕੇ ਇੱਕ ਮਤਲਬ ਉਸ ਚੀਜ਼ ਦੇ ਵਿੱਚ ਬਾਕੀਆਂ ਨੂੰ ਓਵਰਸ਼ੈਡੋ ਕਰੂੰਗਾ। ਸੋ ਕੋਸ਼ਿਸ਼ ਇਹ ਹੋਣੀ ਚਾਹੀਦੀ ਵੀ ਉੱਥੇ ਬੰਦਿਆਂ ਨੂੰ ਧੱਕੇ ਖਾਣ, ਬੰਦੇ ਉੱਥੇ ਮੁੱਦਿਆਂ ਨੂੰ ਜਦ ਤੱਕ ਬੰਦੇ ਧੱਕੇ ਨਹੀਂ ਖਾਣਗੇ, ਜਦ ਤੱਕ ਬੰਦੇ ਆਪ ਉੱਥੇ ਸੰਘਰਸ਼ ਨਹੀਂ ਕਰਨਗੇ, ਉਹ ਨਿਕਲਣਗੇ ਨਹੀਂ। ਨਹੀਂ ਤਾਂ ਜਦੋਂ ਅਸੀਂ ਚੱਲ ਜਾਂਦੇ ਫਿਰ ਉਹ ਸਾਡੇ ਤੇ ਡਿਪੈਂਡੈਂਟ ਹੋ ਜਾਂਦੇ ਆ, ਸਾਡੀ ਟੀਮ ਵਾਲੇ। ਸੋ ਮੈਂ ਚਾਹੁੰਦਾ, ਮੇਰਾ ਇੱਕ ਆਪ ਦਾ ਇੱਕ ਤਰੀਕਾ ਵਾ ਕੰਮ ਕਰਨ ਦਾ, ਔਰ ਮੈਂ ਉਸ ਤਰੀਕੇ ਦੇ ਵਿੱਚ ਹਮੇਸ਼ਾ ਇਸ ਤਰੀਕੇ ਨਾਲ ਹੀ ਕੰਮ ਕਰਦਾ ਵਾਂ। ਜਦੋਂ ਤੱਕ ਮੇਰੀ ਕੋਲ ਜਿਹੜੀ ਜ਼ਿੰਮੇਵਾਰੀ ਆ ਉਹਨੂੰ ਮੈਂ ਪੂਰਾ ਨਿਭਾਉਣਾ। ਜਦੋਂ ਮੈਂ ਉਸ ਜ਼ਿੰਮੇਵਾਰੀ ਜਦੋਂ ਮੇਰੇ ਕੋਲੋਂ ਨਹੀਂ ਹੈਗੀ ਤੇ ਫਿਰ ਮੈਂ ਉੱਥੇ ਜਾ ਕੇ ਨਜਾਇਜ਼ ਇੰਟਰਫੇਅਰ ਨਹੀਂ ਕਰਦਾ। ਨਜਾਇਜ਼ ਜਾ ਕੇ ਉੱਥੇ ਉਹਨਾਂ ਨੂੰ ਆਪਣੇ ਤਰੀਕੇ ਨਾਲ ਗਰੋ ਕਰਨ ਦੇਣਾ ਚਾਹੀਦਾ, ਨਾ ਕਿ ਉਹਨਾਂ ਦੇ ਉੱਪਰ ਜਾ ਕੇ ਦੁਬਾਰਾ ਉਹੀ ਮਤਲਬ ਉਹਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਆ। ਯੂਨੀਵਰਸਿਟੀ ਨਾਲ ਜੁੜੇ ਰਵਾਂਗੇ, ਮੁੱਦਿਆਂ ਦੇ ਵਿੱਚ ਗਾਈਡ ਵੀ ਕਰਦੇ ਰਵਾਂਗੇ, ਲੇਕਿਨ ਸ਼ਾਇਦ ਕੈਮਰਿਆਂ ਦੇ ਉੱਤੇ ਸਾਹਮਣੇ ਨਹੀਂ ਆਈਦਾ, ਉੱਥੇ ਕੈਮਰਿਆਂ ਤੋਂ ਪਿੱਛੇ ਰਹੀਦਾ, ਕਿਉਂਕਿ ਚੰਗੇ ਵੀ ਨਹੀਂ ਲੱਗਦੇ ਨਾ। ਹੁਣ ਇਸ ਜਦੋਂ ਤੁਸੀਂ ਮਤਲਬ ਬਿਲਕੁਲ ਬਾਰ-ਬਾਰ ਉੱਥੇ ਹੀ ਚਲੀ ਜੋ। ਮੈਂ ਤਕਰੀਬਨ 12 ਤੋਂ 13 ਸਾਲ ਯੂਨੀਵਰਸਿਟੀ ਦੀ ਪੋਲੀਟਿਕਸ ਕੀਤੀ ਆ। ਸੋ ਬਹੁਤ ਹੁੰਦੀ ਆ ਉਨੀ ਦੇਰ ਦੀ ਪੋਲੀਟਿਕਸ। ਹੁਣ ਪੋਲੀਟਿਕਸ ਨਹੀਂ ਕਰਦੇ, ਹੁਣ ਉੱਥੇ ਇੱਕ ਆਪ ਦਾ ਇੱਕ ਰਿਸ਼ਤਾ ਵਾ ਉਸ ਯੂਨੀਵਰਸਿਟੀ ਨਾਲ, ਔਰ ਉਹ ਹਮੇਸ਼ਾ ਰਹੂਗਾ। ਹਰ ਇਨਸਾਨ ਆਲੇ ਦੁਆਲੇ ਵਾਲੇ ਬੜਾ ਸੋਚਦਾ। ਲੀਡਰਾਂ ਬਾਰੇ ਕਿਹਾ ਜਾਂਦਾ ਵੀ ਲੀਡਰ ਤਾਂ ਬਹੁਤ ਹੀ ਸੋਚਦਾ। ਤੁਹਾਨੂੰ ਕੀ ਲੱਗਦਾ ਹਜੇ ਤਾਂ ਬਹੁਤ ਜਲਦੀ ਸ਼ਾਇਦ ਮੈਂ ਇਹ ਪ੍ਰਸ਼ਨ ਪੁੱਛ ਰਿਹਾ, ਹਾਈ ਕਮਾਂਡ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਚੁਣਿਆ, ਕਿਉਂ ਚੁਣਿਆ ਹੋ ਸਕਦਾ ਗਾ? ਚਿਹਰੇ ਵਜੋਂ ਦੇਖ ਰਹੇ ਆ ਗਾਂ ਵਾਲੇ ਇਲੈਕਸ਼ਨ ਲਈ ਕਿ ਕੋਈ ਹੋਰ ਕਾਰਨ? ਦੇਖੋ, ਇੱਕ ਜਨਰੇਸ਼ਨਲ ਸ਼ਿਫਟ ਆ। ਅੱਜ ਰਾਜਾ ਵੜਿੰਗ ਜੀ ਔਰ ਰਾਜਾ ਵੜਿੰਗ ਜੀ ਨੂੰ ਤੁਸੀਂ ਦੇਖੋ IYC ਪ੍ਰਧਾਨ ਵੀ ਆ, ਤੁਸੀਂ ਸਾਰੇ ਉਹਨਾਂ ਨੂੰ ਉਸ ਚੀਜ਼ ਦੇ ਮਾਇਨੇ ਸਮਝੋ। ਉਹ ਵੀ ਹਿੰਦੁਸਤਾਨ ਯੂਥ ਕਾਂਗਰਸ ਦੇ ਉਹ ਪ੍ਰਧਾਨ ਰਹੇ ਆ। ਸ਼ਾਇਦ ਉਹਨਾਂ ਨੂੰ ਅਗਰ ਤੁਸੀਂ ਜ਼ਰੂਰੀ ਨਹੀਂ ਹੁੰਦਾ ਵੀ PCC ਪ੍ਰਧਾਨ ਹੀ ਤੁਹਾਡਾ ਮਤਲਬ ਵੀ ਸਰਮੋਰ ਲੀਡਰ ਇੱਕ ਤਰ੍ਹਾਂ ਦੇ ਉੱਤੇ ਹੁੰਦਾ, ਲੇਕਿਨ ਹਾਂ PCC ਪ੍ਰਧਾਨ ਦਾ ਕਾਂਗਰਸ ਪਾਰਟੀ ਪ੍ਰਤੀ ਲਾਇਲਟੀ, ਕਾਂਗਰਸ ਪ੍ਰਤੀ ਐਕਸਪੀਰੀਅੰਸ, ਆਰਗੇਨਾਈਜੇਸ਼ਨਲ ਐਕਸਪੀਰੀਅੰਸ, ਅੱਜ ਦੇ ਸਮੇਂ ਦੇ ਲੋੜ ਦੇ ਵਿੱਚ ਇੱਕ ਜੋਸ਼, ਇੱਕ ਹੋਸ਼, ਇੱਕ ਐਕਸਪੀਰੀਅੰਸ, ਇਹ ਸਾਰੇ ਕੰਬੀਨੇਸ਼ਨ ਉਹਨਾਂ ਦੇ ਵਿੱਚ ਸੀਗੇ, ਜਿਹਦੇ ਕਰਕੇ ਸ਼ਾਇਦ ਪਾਰਟੀ ਨੇ ਉਹਨਾਂ ਨੂੰ ਇੱਥੇ ਲਿਆਂਦਾ। ਕਿਉਂਕਿ ਨੌਜਵਾਨਾਂ ਨੂੰ ਵੀ ਐਡਰੈਸ ਕਰਨਾ, ਸੀਨੀਅਰਸ ਨੂੰ ਵੀ ਐਡਰੈਸ ਕਰਨਾ, ਔਰ ਇਸ ਸਮੇਂ ਕੋਈ ਅਗਲੀ ਰੇਸ ਨਹੀਂ ਸ਼ੁਰੂ ਕਰ ਦੇਣੀ ਚੀਫ ਮਿਨਿਸਟਰੀ ਦੀ। ਅਗਰ ਚੀਫ ਮਿਨਿਸਟਰੀ ਦੀ ਰੇਸ ਸ਼ੁਰੂ ਹੋ ਜੂਗੀ ਤੇ ਫਿਰ ਪਾਰਟੀ ਜਿਹੜੀ ਆ ਪਿੱਛੇ ਰਹਿ ਜਾਂਦੀ, ਔਰ ਉਸ ਰੇਸ ਦੇ ਵਿੱਚ ਪੈ ਜਾਂਦੇ। ਅੱਜ ਲੋੜ ਆ ਆਰਗੇਨਾਈਜੇਸ਼ਨ ਨੂੰ ਖੜਾ ਕਰਨ ਦੀ, ਢਾਂਚੇ ਨੂੰ ਖੜਾ ਕਰਨ ਦੀ, ਔਰ ਉਹੀ ਕੋਸ਼ਿਸ਼ ਕਰ ਰਹੇ। ਜਾਂਦੇ ਜਾਂਦੇ ਇੱਕ ਲਾਸਟ ਸਵਾਲ ਲਊਂਗਾ। ਸੋਸ਼ਲ ਮੀਡੀਆ ਤੇ ਬੜਾ ਸਵਾਲ ਘੁੰਮ ਰਿਹਾ ਹੈਗਾ ਵੀ ਇਮਰਾਨ ਖਾਨ ਤੇ ਨਵਜੋਤ ਸਿੰਘ ਸਿੱਧੂ ਦਾ ਭਵਿੱਖ ਕੀ ਰਹਿਣ ਵਾਲਾ? ਤੁਸੀਂ ਇਮਰਾਨ ਖਾਨ ਬਾਰੇ ਤਾਂ ਦੱਸ ਨਹੀਂ ਸਕਦੇ, ਨਵਜੋਤ ਸਿੰਘ ਸਿੱਧੂ ਬਾਰੇ ਹੈਗੀ ਆ ਕੋਈ ਕਨਕਲੂਜਨ? ਨਹੀਂ, ਮੈਂ ਤਾਂ ਇਮਰਾਨ ਖਾਨ ਬਾਰੇ ਕਿਉਂ ਨਹੀਂ ਦੱਸ ਸਕਦਾ? ਦੱਸ ਸਕਦੇ ਹੋ, ਦੱਸੋ। ਮੈਨੂੰ ਉਹਦੇ ਬਾਰੇ ਬੋਲਣ 'ਚ ਕੀ ਹਰਜਾ ਇਮਰਾਨ ਖਾਨ ਬਾਰੇ ਜਾਂ ਨਵਜੋਤ ਸਿੱਧੂ? ਪਰ ਮੈਂ ਨਾ ਇੱਕ ਵੈਸੇ ਸੋਚ ਰਿਹਾ ਸੀ ਕਿੰਨਾ ਆ, ਤੁਸੀਂ ਵੇਖੋ ਇੱਕ ਇੰਟਰਸਟਿੰਗ ਗੱਲ ਮੈਂ ਸੋਚ ਰਿਹਾ ਸੀ ਟਿਕਟ ਨਹੀਂ ਨਾ ਲੈਣੀ ਤੁਸੀਂ ਉਧਰ। ਨਹੀਂ, ਉਹ ਇਮਰਾਨ ਖਾਨ ਦੇ ਨਾਲ ਟਿਕਟਾਂ ਦਾ ਨਹੀਂ ਹਰ ਵਾਰ ਮਸਲਾ ਹੁੰਦਾ ਵੀ ਟਿਕਟਾਂ ਹੀ ਲੈਣੀਆਂ ਤੇ ਉੱਥੇ ਹੀ ਬੋਲਣਾ। ਇਮਰਾਨ ਖਾਨ ਔਰ ਨਵਜੋਤ ਸਿੱਧੂ ਦੀ ਅਗਰ ਤੁਸੀਂ ਰਾਜਨੀਤੀ ਵੇਖੋ, ਜਿਸ ਦਿਨ ਉਹ ਪ੍ਰਧਾਨ ਮੰਤਰੀ ਬਣਦੇ ਆ ਉਸੇ ਦਿਨ ਨਵਜੋਤ ਸਿੱਧੂ ਲਾਈਮਲਾਈਟ 'ਚ ਆਉਂਦੇ ਆ। ਉਸ ਤੋਂ ਪਹਿਲਾਂ ਜ਼ਰੂਰ ਨਵਜੋਤ ਸਿੱਧੂ, ਪਰ ਮੈਂ ਇੱਕ ਟ੍ਰੈਜੈਕਟਰੀ ਵੇਖ ਰਿਹਾ ਸੀ। ਉੱਥੇ ਕਰਤਾਰਪੁਰ ਕੋਰੀਡੋਰ ਦੀ ਗੱਲ ਹੁੰਦੀ ਆ, ਉਸੇ ਦਿਨ ਉਹਨਾਂ ਦਾ ਸਤਾਰਾ ਚੜ੍ਹਦਾ, ਉਸੇ ਦਿਨ ਉਹਨਾਂ ਦਾ ਸਤਾਰਾ ਚੜ੍ਹਦਾ, ਔਰ ਦੋਵਾਂ ਦੀ ਯਾਰੀ ਵੀ ਪੱਕੀ ਸੀ। ਤੁਸੀਂ ਵੇਖੋ, ਉਹ ਜਿਸ ਦਿਨ ਇਮਰਾਨ ਖਾਨ ਉਤਰਦੇ ਆ ਉਸ ਦਿਨ ਨਵਜੋਤ ਸਿੱਧੂ PCC ਪ੍ਰਧਾਨਗੀ ਤਾਂ ਰਾਜਾ ਵੜਿੰਗ ਜੀ ਲੈਂਦੇ ਆ। ਸੋ ਬੜਾ ਦੋਵਾਂ ਦਾ ਸਫ਼ਰ ਵੀ ਇਕੱਠਾ ਚੜ੍ਹਿਆ, ਔਰ ਕਿਤੇ ਨਾ ਕਿਤੇ ਇੱਕ ਫੇਜ਼ ਉਹਨਾਂ ਦੀ ਰਾਜਨੀਤੀ ਦਾ ਦੋਵਾਂ ਦਾ ਇੱਥੇ ਜ਼ਰੂਰ ਮਤਲਬ ਇੱਕ ਨਾਰਮਲਾਈਜ਼ ਹੋਇਆ। ਰਾਜਨੀਤੀ ਵਿੱਚ ਕਦੀ ਵੀ ਕਿਸੇ ਨੂੰ ਬਾਹਰ ਨਾ ਮੰਨੋ। ਇਮਰਾਨ ਖਾਨ ਦੀ ਵੀ ਵਾਪਸੀ ਬਤੌਰ ਪ੍ਰਧਾਨ ਮੰਤਰੀ ਹੋ ਸਕਦੀ ਆ, ਔਰ ਨਵਜੋਤ ਸਿੱਧੂ ਦੀ ਵੀ ਕਿਸੇ ਰੂਪ ਦੇ ਵਿੱਚ ਵਾਪਸੀ ਹੋ ਸਕਦੀ ਆ। ਸੋ ਰਾਜਨੀਤੀ ਵਿੱਚ ਕਦੀ ਕਿਸੇ ਨੂੰ ਬਾਹਰ ਨਾ ਮੰਨੋ, ਲੇਕਿਨ ਹਾਂ ਇਹਨਾਂ ਦੋਵਾਂ ਦੀ ਯਾਰੀ ਦੋਸਤੀ ਇੰਨੀ ਪੱਕੀ ਸੀ ਵੀ ਐਟਲੀਸਟ ਆਹ ਫੇਜ਼ ਦੋਵਾਂ ਦਾ ਇਕੱਠੇ ਸ਼ੁਰੂ ਹੋਇਆ, ਔਰ ਇਕੱਠੇ ਹੀ ਇੱਕ ਕਨਕਲੂਜਨ ਦੇ ਉੱਤੇ ਆ ਕੇ ਇੱਕ ਚੈਪਟਰ ਐਂਡ ਹੋਇਆ।
ਅਗਲਾ ਚੈਪਟਰ ਇਹਨਾਂ ਦਾ ਇਕੱਠੇ ਸ਼ੁਰੂ ਹੁੰਦਾ ਜਾਂ ਇਹਨਾਂ ਦਾ ਵੱਖਰਾ ਵੱਖਰਾ ਸ਼ੁਰੂ ਹੁੰਦਾ, ਇਹ ਇੰਟਰਸਟਿੰਗ ਰਹੂਗਾ। ਲੇਕਿਨ ਹਾਂ, ਦੋਵਾਂ ਦੀ ਵਾਪਸੀ ਜਿਹੜੀ ਆ ਉਹ ਜ਼ਰੂਰ ਰੂਲ ਆਊਟ ਨਹੀਂ ਹੋ ਸਕਦੀ। ਕਿਸੇ ਵੀ ਟਾਈਮ, ਕਿਸੇ ਵੀ ਰੂਪ ਦੇ ਵਿੱਚ, ਕਿਸੇ ਵੀ ਤਰ੍ਹਾਂ ਵਾਪਸੀ ਹੋ ਸਕਦੀ। ਪਰ ਨਵਜੋਤ ਸਿੰਘ ਸਿੱਧੂ ਨੂੰ ਲਾਉਂਦੇ ਤੁਹਾਡੀ ਜ਼ਰੂਰ ਤੁਸੀਂ ਉਂਗਲ ਵੀ ਫੜੀ ਨਵਜੋਤ ਸਿੰਘ ਸਿੱਧੂ ਦੀ, ਲੱਗਦਾ ਐ ਸੀ ਜਿਵੇਂ ਕਿ ਗੁੱਟ ਨੂੰ ਹੀ ਹੱਥ ਪਾਲਿਆ ਹੁੰਦਾ। ਨਹੀਂ ਜੀ, ਕੋਈ ਗੱਲ ਨਹੀਂ। ਨਵਜੋਤ ਸਿੱਧੂ ਬੜੇ ਸੀਜ਼ਨਡ ਲੀਡਰ ਆ, ਬੜਾ ਉਹਨਾਂ ਨੂੰ ਵੇਖੀਦਾ ਵਾ, ਔਰ ਇਹੀ ਜੋ ਅਸੀਂ ਸਾਹਮਣੇ ਦੇਖ ਰਹੇ ਹਾਂ ਆਪਾਂ, ਜੋ ਨਵਜੋਤ ਸਿੱਧੂ ਹੋਣ ਜਾਂ ਕੋਈ ਵੀ ਹੋਰ ਸੀਨੀਅਰ ਲੀਡਰ ਹੋਣ, ਉਹਨਾਂ ਤੋਂ ਸਿੱਖਣਾ ਵੀ ਚਾਹੀਦਾ ਔਰ ਉਹਨਾਂ ਤੋਂ ਅੱਗੇ ਚੱਲ ਕੇ ਉਹਨਾਂ ਦੇ ਐਕਸਪੀਰੀਅੰਸ ਨੂੰ ਵਰਤਣਾ ਵੀ ਚਾਹੀਦਾ। ਮੇਰੀ ਕੋਈ ਨਵਜੋਤ ਸਿੱਧੂ ਨਾਲ ਕੋਈ ਪਰਸਨਲ ਥੋੜ੍ਹਾ ਵਾ, ਮੈਂ ਤਾਂ ਕੈਮਰੇ ਸੀਗੇ, ਕਈ ਵਾਰ ਕੈਮਰਿਆਂ ਦੇ ਉੱਤੇ ਕਈਆਂ ਗੱਲਾਂ ਜ਼ਿਆਦਾ ਰਿਕਾਰਡ ਹੋ ਜਾਂਦੀਆਂ। ਹੋਰ ਵੀ ਬੜੀ ਵਾਰ ਉਹਨਾਂ ਨਾਲ ਹੋਰ ਵੀ ਗੱਲਾਂ ਹੋਈਆਂ, ਬੜੀ ਵਾਰ ਉਹਨਾਂ ਨਾਲ ਕਈ ਵਾਰ ਕਮਰਿਆਂ ਦੇ ਵਿੱਚ ਵੀ ਇਸ਼ੂਜ਼ ਦੇ ਉੱਤੇ ਲੈ ਕੇ ਗੱਲਾਂ ਬਾਤਾਂ ਹੋਈਆਂ। ਅੱਜ ਕੈਮਰੇ 'ਚ ਰਿਕਾਰਡ ਹੋ ਗਈ। ਮੈਂ ਕੋਈ ਕਿਸੇ ਦੀ ਸ਼ਾਨ ਦੇ ਖਿਲਾਫ ਨਹੀਂ, ਕਿਸੇ ਦੀ ਆਨ ਦੇ ਖਿਲਾਫ ਨਹੀਂ, ਲੇਕਿਨ ਅੱਜ ਇੱਥੇ ਪਾਰਟੀ ਦੀ ਗੱਲ ਆ, ਉੱਥੇ ਗੱਲ ਬੇਬਾਕੀ ਨਾ ਕਰਾਂਗੇ। ਜੀ ਵਰਿੰਦਰ ਜੀ, ਸਮਾਂ ਤਾਂ ਤੁਹਾਡਾ ਧੰਨਵਾਦ।